ਸਤਿ ਸ਼੍ਰੀ ਅਕਾਲ ਸਾਰੇ ਬੱਚਿਆਂ ਨੂੰ। ਅੱਜ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਕਰਨ ਜਾ ਰਹੇ ਹਾਂ ਜਮਾਤ 10ਵੀਂ ਦੀ ਵਨਕੀ ਦੀ ਬੁੱਕ ਦੇ ਵਿੱਚੋਂ ਕਹਾਣੀ ਦੂਜੀ ਮੜੀਆਂ ਤੋਂ ਦੂਰ। ਇਸ ਤੋਂ ਪਹਿਲਾਂ ਕੁਲਫੀ ਕਹਾਣੀ ਆਪਾਂ ਕਰ ਚੁੱਕੇ ਹਾਂ, ਠੀਕ ਹੈ। ਆਪਾਂ ਪੜ੍ਹਦੇ ਹਾਂ ਮੜੀਆਂ ਤੋਂ ਦੂਰ ਕਹਾਣੀ ਦੇ ਵਿੱਚ ਹੈ ਕੀ, ਅਤੇ ਆਪਾਂ ਇਹਨੂੰ ਸਮਝਦੇ ਹਾਂ, ਠੀਕ ਹੈ। ਮੜੀਆਂ ਤੋਂ ਦੂਰ ਕਿਹਨਾਂ ਨੇ ਲਿਖੀ ਹੈ? ਰਘੂਵੀਰ ਢੰਡ, ਠੀਕ ਹੈ। ਆਪਾਂ ਸ਼ੁਰੂ ਕਰਦੇ ਹਾਂ। ਹਾਲੀ ਮਸਾਂ 9 ਵਜੇ ਹੋਣਗੇ ਕਿ ਟੈਲੀਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ। ਇੰਨੇ ਸਵਖਤੇ ਹੌਲ ਜਿਹਾ ਪੈਣ ਲੱਗ ਪਿਆ। ਸੁੱਖ ਹੋਵੇ ਪਤਨੀ, ਨੂੰਹ, ਪੁੱਤ, ਧੀ ਰਾਜੀ ਖੁਸ਼ੀ ਆਪਣੇ ਆਪਣੇ ਕੰਮਾਂ 'ਤੇ ਪਹੁੰਚ ਗਏ ਹੋਣ। ਟੈਲੀਫੋਨ ਚੁੱਕਣ ਤੋਂ ਪਹਿਲਾਂ ਮੈਂ ਬੋਲ ਕੇ ਆਖਿਆ, ਸੁੱਖ ਰੱਖੀ, ਤੇ ਟੈਲੀਫੋਨ ਚੁੱਕਿਆ। ਹੈਲੋ ਅੱਗੇ ਹੈਲੋ ਜਦੋਂ ਉਹਨਾਂ ਨੇ ਹੈਲੋ ਕਿਹਾ, ਅੱਗੇ ਕੀ ਕਹਿੰਦੇ ਆ? ਬੇਟਾ ਮੈਂ ਮਾਸੀ ਹਾਂ, ਤੂੰ ਮੇਰੇ ਕੋਲ ਆ ਸਕਣਾ? ਕਿਉਂ ਨਹੀਂ ਮਾਸੀ ਜੀ, ਤੁਸੀਂ ਹੁਕਮ ਕਰੋ ਤੇ ਮੈਂ ਆਵਾਂ ਨਾ। ਉਂਝ ਸੁੱਖ ਤਾਂ ਹੈ, ਫਿਕਰ ਵਾਲੀ ਗੱਲ ਤੇ ਕੋਈ ਨਹੀਂ ਬੇਟਾ, ਮੈਂ ਬਹੁਤ ਉਦਾਸ ਹਾਂ, ਬਸ ਹੁਣੇ ਆਇਆ। ਆਖ ਮੈਂ ਟੈਲੀਫੋਨ ਰੱਖ ਦਿੱਤਾ। ਫਿਕਰ ਵਾਲੀ ਗੱਲ ਤਾਂ ਕੋਈ ਨਹੀਂ। ਇਹ ਗੱਲ ਮਾਸੀ ਤੂੰ ਖੂਬ ਕਹੀ ਕਿ ਇੰਗਲੈਂਡ ਵਿੱਚ ਇਸ ਤੋਂ ਵੱਡੀ ਫਿਕਰ ਵਾਲੀ ਗੱਲ ਵੀ ਕੋਈ ਹੋ ਸਕਦੀ ਹੈ ਕਿ ਕੋਈ ਬੰਦਾ ਉਦਾਸ ਹੋਵੇ। ਇਹ ਤਾਂ ਬਿਲਕੁਲ ਅਜਿਹੀ ਗੱਲ ਹੈ ਜਿਵੇਂ ਇੰਡੀਆ ਵਿੱਚ ਕੋਈ ਤੁਹਾਨੂੰ ਟੈਲੀਫੋਨ ਕਰੇ ਕਿ ਜੇ ਤੂੰ ਨਾ ਆਇਆ ਤਾਂ ਸਾਡੇ ਰੋਟੀ ਨਹੀਂ ਪੱਕਣੀ। ਇਹ ਵੱਖਰੀ ਗੱਲ ਹੈ ਕਿ ਜਿਸ ਨੂੰ ਰੋਟੀ ਦਾ ਸੰਸਾ ਹੋਵੇ, ਟੈਲੀਫੋਨ ਉਹਦੀ ਮਾਰ ਵਿੱਚ ਨਹੀਂ ਹੁੰਦਾ, ਠੀਕ ਹੈ। ਰੋਟੀ ਨਾ ਪੱਕਣ ਨਾਲ ਸਰੀਰ ਮਰ ਜਾਂਦਾ ਹੈ ਅਤੇ ਉਦਾਸੀ ਨਾਲ ਰੂਹ ਤੜਫ ਮਰ ਜਾਂਦੀ ਹੈ, ਠੀਕ ਹੈ। ਇਹਦੇ ਵਿੱਚ ਰੂਹ ਨੂੰ ਕਿਹਦੇ ਨਾਲ ਕੰਪੇਅਰ ਕੀਤਾ ਗਿਆ ਹੈ? ਰੋਟੀ ਨਾਲ, ਠੀਕ ਹੈ। ਜਿਵੇਂ ਰੋਟੀ ਜਦੋਂ ਆਪਾਂ ਖਾਂਦੇ ਨਹੀਂ ਹਾਂ ਤਾਂ ਆਪਣਾ ਸਰੀਰ ਮਰ ਜਾਂਦਾ, ਉਵੇਂ ਜਦੋਂ ਉਦਾਸੀ ਹੁੰਦੀ ਆ, ਠੀਕ ਹੈ, ਉਦਾਸੀ ਨੂੰ ਕਾਹਦੇ ਨਾਲ ਕੰਪੇਅਰ ਕੀਤਾ ਗਿਆ? ਰੋਟੀ ਨਾਲ, ਠੀਕ ਹੈ। ਉਹ ਜਿਵੇਂ ਉਦਾਸੀ ਹੁੰਦੀ ਆ, ਉਹ ਉਦਾਸੀ ਨਾਲ ਵੀ ਕੀ ਹੁੰਦਾ? ਰੂਹ ਜਿਹੜੀ ਆ ਉਹ ਤੜਫ ਕੇ ਮਰ ਜਾਂਦੀ ਹੈ। ਮੈਂ ਤਿਆਰ ਹੁੰਦਾ ਅਤੇ ਤੁਰਿਆ ਜਾਂਦਾ। ਮਾਸੀ ਦੀ ਉਦਾਸੀ ਦੀ ਕਲਪਨਾ ਕਰਦਾ ਆਪ ਉਦਾਸ ਹੋ ਗਿਆ। ਮਾਸੀ ਦਾ ਪੁੱਤ ਬਲਵੰਤ ਰਾਏ ਕੁਝ ਮਹੀਨਾ ਪਹਿਲਾਂ ਜਦੋਂ ਇੰਗਲੈਂਡ ਗਿਆ ਤਾਂ ਮਾਸੀ ਜਾਣੀ ਉਹਦੀ ਮਾਂ ਉਸਨੂੰ ਤੱਤੀਆਂ ਸੁਣਾਉਣ ਲੱਗੀ। ਰੁੜ ਜਾਣਿਆ, ਤੈਨੂੰ 25 ਸਾਲ ਹੋ ਗਏ ਵਿਲਾਇਤ ਰਹਿੰਦੇ ਨੂੰ। ਦੋਵੇਂ ਕੁੜੀਆਂ ਤੇ ਮੁੰਡਾ ਵੀ ਉੱਥੇ ਹੀ ਜੰਮੇ ਪਲੇ ਤੇ ਜਵਾਨ ਹੋਏ। ਰੰਨ ਦਾ ਹੀ ਬਣ ਕੇ ਰਹਿ ਗਿਆ। ਰੰਨ ਮਤਲਬ ਕਿ ਵਹੁਟੀ ਦਾ, ਮਤਲਬ ਕਿ ਆਪਣੀ ਵਾਈਫ ਦਾ ਹੀ ਬਣ ਕੇ ਰਹਿ ਗਿਆ। ਮਾਸੀ ਆਪਣੇ ਮੁੰਡੇ ਨੂੰ ਕਹਿ ਰਹੀ ਹੈ, ਠੀਕ ਹੈ। ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਵਾਂ ਕਿੰਨੀ ਵਾਰ ਬੁਲਾਈਆਂ। ਤੈਨੂੰ ਕੋਈ ਸ਼ਰਮ ਹਿਆ ਨਹੀਂ? ਆਪ ਆਂਡਣਾ ਗੁਆਂਢਣਾ ਮੈਨੂੰ ਬੋਲੀ ਮਾਰਦੀਆਂ ਨੇ। ਬੋਲੀ ਮਤਲਬ ਕਿ ਤਾਨੇ ਮਾਰਦੀਆਂ ਨੇ ਕਿ ਮੂੰਹ ਵਿਖਾਵਾਂ ਉਹਨਾਂ ਨੂੰ, ਤੇ ਠੀਕ ਹੈ। ਉਹਦਾ ਮੁੰਡਾ ਸੀਗਾ, 25 ਸਾਲ ਹੋ ਗਏ ਉੱਥੇ ਇੰਗਲੈਂਡ ਦੇ ਵਿੱਚ ਰਹਿੰਦੇ ਆ, ਪਰ ਉਹਨੇ ਆਪਣੀ ਮਾਂ ਨੂੰ ਇੱਕ ਵਾਰ ਵੀ ਨਹੀਂ ਚ ਬੁਲਾਇਆ। ਮਾਵਾਂ ਦਾ ਕੀਤਾ ਤਾਂ ਪੁੱਤ ਸਾਰੀ ਉਮਰ ਨਹੀਂ ਦੇ ਸਕਦੇ। ਤੇਰਾ ਭਾਰ ਚੁੱਕਿਆ, ਜਨਮ ਪੀੜਾ ਸਹੀਆਂ, ਤੇਰਾ ਗੰਦ ਹੁੰਜਿਆ। ਆਪ ਗਿੱਲੇ ਥਾਂ ਪਈ, ਤੈਨੂੰ ਸੁੱਖੇ ਥਾਂ ਪਾਇਆ, ਠੀਕ ਹੈ। ਉਹ ਦੱਸ ਰਹੀ ਹੈ, ਆਪ ਗਿੱਲੇ ਥਾਂ ਪਈ, ਮੈਂ ਸੁੱਖੇ ਥਾਂ ਪਾਇਆ, ਪਰ ਤੂੰ ਮੈਨੂੰ ਇੱਕ ਵਾਰ ਵੀ ਇੰਗਲੈਂਡ ਨਹੀਂ ਵਿਖਾਇਆ। ਉਹ ਭੁੱਬਾ ਮਾਰ ਰੋਣ ਲੱਗ ਪਈ। ਆਪਣੀ ਮਾਂ ਦੀ ਦਰਦਨਾਕ ਖੁਆਇਸ਼ ਸੁਣ ਬਲਵੰਤ ਰਾਏ ਉਹਦੇ ਨਾਲ ਲੱਗ ਮੰਜੇ 'ਤੇ ਬਹਿ ਗਿਆ। ਉਹਦੀਆਂ ਅੱਖਾਂ ਪੂੰਝੀਆਂ ਤੇ ਗਲਵੱਕੜੀ ਪਾ ਆਖਣ ਲੱਗਿਆ, ਬੀਬੀ ਤੁਹਾਨੂੰ ਹਿੰਦੁਸਤਾਨੀਆਂ ਨੂੰ ਸਿੱਧੀ ਤੇ ਸਪਸ਼ਟ ਗੱਲ ਕਰਨੀ ਪਤਾ ਨਹੀਂ ਕਦੋਂ ਆਏਗੀ, ਠੀਕ ਹੈ। ਉਹਦਾ ਜਾਣ ਨੂੰ ਜੀ ਕਰਦਾ ਸੀ ਇੰਗਲੈਂਡ, ਉਹਦਾ ਪੁੱਤਰ ਰਹਿੰਦਾ ਸੀ, ਪਰ ਉਹ ਸਿੱਧੀ ਤਰ੍ਹਾਂ ਨਹੀਂ ਕਹਿ ਰਹੀ ਸੀ। ਉਹ ਤਾਂ ਉਹਨੂੰ ਤਾਨੇ ਦੇਣ ਲੱਗ ਗਈ ਵੀ ਲੋਕੀ ਮੈਨੂੰ ਪੁੱਛਦੇ ਨੇ ਵੀ ਤੇਰਾ ਮਤਲਬ ਕਿ ਤੇਰਾ ਮੁੰਡਾ ਤੈਨੂੰ ਲੈ ਕੇ ਹੀ ਨਹੀਂ ਗਿਆ, ਠੀਕ ਹੈ। ਉਹ ਫਿਰ ਉਹਦਾ ਪੁੱਤਰ ਕਹਿੰਦਾ ਵੀ ਤੁਹਾਨੂੰ ਜਿਹੜੇ ਇੰਡੀਆ ਵਾਲੇ ਲੋਕ ਆ, ਸਿੱਧੀ ਗੱਲ ਕਰਨੀ ਨਹੀਂ ਆਉਂਦੀ ਵੀ ਮੈਂ ਵੀ ਵਿਦੇਸ਼ ਜਾਣਾ, ਤੁਸੀਂ ਇੰਨਾ ਇਮੋਸ਼ਨਲ ਕਿਉਂ ਕਰਦੇ ਹੋ ਬੱਚੇ ਨੂੰ, ਠੀਕ ਹੈ। ਇੰਝ ਘੇਰ ਕੇ ਗੱਲ ਕਰਦੇ ਹੋ ਜਿਵੇਂ ਤਮਾਕੂ ਦੇ ਖੇਤ 'ਚੋਂ ਸਾਹਾ ਕੱਢਣਾ ਹੋਵੇ। ਤੇ ਤੂੰ ਇੰਗਲੈਂਡ ਜਾਣਾ ਹੀ, ਬਸ ਗੱਲ ਖਤਮ, ਤੈਨੂੰ ਮੈਂ ਨਾਲ ਲੈ ਜਾਵਾਂਗਾ। ਤੇ ਮਾਸੀ ਜਾਣੀ ਬਲਵੰਤ ਰਾਏ ਦੀ ਮਾਂ, ਠੀਕ ਹੈ, ਇੰਗਲੈਂਡ ਆ ਗਈ। ਹਾਂ, ਉਸਨੇ ਇੰਗਲੈਂਡ ਆਉਣ ਤੋਂ ਪਹਿਲਾਂ ਆਪਣੀਆਂ ਸਹੇਲੀਆਂ ਕੋਲ ਦੋਹਰ ਤੇਹਰ ਲਾ ਦੱਸਿਆ। ਭੈਣੋ, ਕਿਸੇ ਦਾ ਤਾਂ ਇੱਕ ਅੱਧਾ ਹੋਵੇਗਾ, ਮੇਰਾ ਤਾਂ ਸੁੱਖ ਨਾਲ 5 ਸਰਵਣ ਨੇ, ਠੀਕ ਹੈ। ਵਿਲਾਇਤ ਪੁੱਜਦਿਆਂ ਸਾਰ ਪਹਿਲੇ ਐਤਵਾਰ ਨੂੰ ਅਸੀਂ ਬਲਵੰਤ ਰਾਏ ਤੇ ਉਹਦੀ ਪਤਨੀ ਬਿੰਦੂ, ਉਹਨਾਂ ਦੇ ਤਿੰਨਾਂ ਬੱਚਿਆਂ ਅਤੇ ਖਾਸ ਮਹਿਮਾਨ ਮਾਸੀ ਨੂੰ ਖਾਣੇ 'ਤੇ
मतलब कि खाने ते सद्दिया। ठीक है, क्या बातां सन मासी दियां, ਇੰਨੀ ਸੋਹਣੀ सूरत, ਇੰਨੀ ਸੋਹਣੀ औरत। जे ਕੀਤਾ कि बलवंत राय नूं आखां तू बई किहदे ਤੇ ਗਿਆ ਕਣਕ 'ਚ ਕੰਗਿਆਰੀ। ਠੀਕ ਹੈ, ਮਤਲਬ ਕਿ ਮਾਸੀ ਉਹਦੀ ਮੁੰਡੇ ਦੀ ਮਾਸੀ, ਮਤਲਬ ਕਿ ਬਲਵੰਤ ਰਾਏ ਦੀ ਮਾਂ ਜਿਹੜੀ ਇੰਨੀ ਸੋਹਣੀ ਸੀ, ਅਤੇ ਉਹਨੂੰ ਉਹਦਾ ਜੀ ਕਰਦਾ ਸੀ ਮੈਂ ਉਹਨੂੰ ਕਹਾਂ ਕਿ ਤੂੰ ਕਿਹਦੇ 'ਤੇ ਗਿਆ। ਠੀਕ ਹੈ, ਵੀ ਮਾਸੀ ਤਾਂ ਇੰਨੀ ਸੋਹਣੀ, ਮਤਲਬ ਕਿ ਮਾਂ ਤਾਂ ਇੰਨੀ ਸੋਹਣੀ। ਮਾਸੀ ਕੀ ਸੀ, ਕਮਾਲ ਸੀ, 5 ਫੁੱਟ 4 ਇੰਚ ਲੰਬੀ, ਨਾ ਮੋਟੀ ਨਾ ਸੋਟੀ, ਵਾਲ ਬਹੁਤ ਤੇ ਚਿੱਟੇ ਕੂਲੇ ਤੇ ਚਮਕੀਲੇ, ਮੋਟੀਆਂ ਅੱਖਾਂ, ਤਿੱਖਾ ਨੱਕ, ਸਭ ਤੋਂ ਖੂਬਸੂਰਤ ਸਨ। ਬੁੱਲ ਪਤਲੇ ਮਹੀਨ ਤੇ ਕੂਲੇ ਜਿਹੇ, ਜਿਵੇਂ ਸ਼ਹਿਦ ਮਲ ਮਲ ਪਾਏ ਹੋਣ। ਮੈਂ ਪੈਰੀ ਹੱਥ ਲਾਏ ਤੇ ਮੇਰੀ ਪਤਨੀ ਨੇ ਹੱਥ ਜੋੜ ਨਮਸਤੇ ਬੁਲਾਈ। ਮਾਸੀ ਨੇ ਉਸ ਨੂੰ ਗਲਵੱਕੜੀ ਵਿੱਚ ਲਿਆ, ਜਿਵੇਂ ਅਸੀਂ ਉਹਦੇ ਬਹੁਤ ਹੀ ਆਪਣੇ ਹੁੰਦੇ ਹਾਂ। ਮੈਂ ਉਹਨਾਂ ਨੂੰ ਬਿਠਾਉਂਦਿਆਂ ਆਖਿਆ, ਬੀਬੀ ਜੀ ਮੈਂ ਬੜਾ ਖੁਸ਼ ਹਾਂ ਕਿ ਆਪਣੇ ਮੁਲਕ ਵਿੱਚ ਅਜੇ ਤੁਹਾਡੇ ਵਰਗੇ ਮੋਹ ਕਰਨ ਵਾਲੇ ਲੋਕ ਜਿਉਂਦੇ ਨੇ। ਠੀਕ ਹੈ, ਇੱਥੇ ਤਾਂ ਵੀ ਨਾਸ਼ ਹੋ ਗਏ ਹਨ। ਠੀਕ ਹੈ, ਉਹ ਮਤਲਬ ਕਿ ਜਿਹੜਾ ਇਹ ਕਹਾਣੀ ਦੱਸ ਰਿਹਾ ਉਹ ਕੀ ਹੈ, ਬਲਵੰਤ ਰਾਏ ਦਾ ਜਿਹੜਾ ਹੁੰਦਾ ਵਾ ਦੋਸਤ ਹੁੰਦਾ। ਠੀਕ ਹੈ, ਜਦੋਂ ਦੀ ਮਾਸੀ ਇੰਗਲੈਂਡ ਪਹੁੰਚਦੀ ਹੈ ਅਤੇ ਉਹਨਾਂ ਦੇ ਘਰੇ ਖਾਣੇ 'ਤੇ ਜਾਂਦੇ ਆ, ਜਦੋਂ ਮਾਸੀ ਉਹਨੂੰ ਮਤਲਬ ਕਿ ਜਿਹੜੀ ਮਾਸੀ ਆ ਉਹਨੂੰ ਪਿਆਰ ਦਿੰਦੀ ਹੈ, ਅਤੇ ਉਹ ਕਹਿੰਦਾ ਕਿ ਮੈਂ ਹੈਰਾਨ ਹੁੰਦਾ ਕਿ ਆਪਣੇ ਦੇਸ਼ 'ਚ ਇੰਨੇ ਪਿਆਰ ਕਰਨ ਵਾਲੇ ਲੋਕ ਵੀ ਆ ਤੁਹਾਡੇ ਵਰਗੇ, ਨਹੀਂ ਤਾਂ ਇਸ ਦੇਸ਼ 'ਚ ਮਤਲਬ ਇੰਗਲੈਂਡ ਦੇ ਵਿੱਚ ਇਹ ਸਭ ਕੁਛ ਨਾਸ਼ ਹੋ ਗਿਆ। ਠੀਕ ਹੈ, ਅੱਗੇ ਆਪਾਂ ਪੜ੍ਹਦੇ ਹਾਂ। ਬਲਵੰਤ ਯਾਰ ਬੱਚਿਆਂ ਨੂੰ ਕਿਉਂ ਨਹੀਂ ਲਿਆਂਦਾ? ਮੈਂ ਬੱਚੇ ਨਾਲ ਨਾ ਵੇਖ ਸਵਾਲ ਕੀਤਾ ਕਿ ਉਹ ਬੱਚੇ ਨਹੀਂ ਲੈ ਕੇ ਆਇਆ ਸੀ। ਉਹ ਯਾਰ ਸਾਡੇ ਆਖੇ ਨਹੀਂ ਲੱਗਦੇ, ਆਏ ਨਹੀਂ, ਬਲਵੰਤ ਨੇ ਜਵਾਬ ਦਿੱਤਾ। ਉਹ ਬੜਾ ਹੀ ਸੱਚਾ ਤੇ ਸਪਸ਼ਟ ਬੰਦਾ ਸੀ, ਫੜਾਕ ਮੂੰਹ ਤੇ ਗੱਲ ਮਾਰਦਾ ਸੀ। ਨਹੀਂ ਭਾਈ ਸਾਹਿਬ, ਇਹਨਾਂ ਦੀ ਤਾਂ ਮਜ਼ਾਕ ਕਰਨ ਦੀ ਆਦਤ ਏ। ਲੜਕਾ ਆਪਣੇ ਫਰੈਂਡਾਂ ਨਾਲ ਬਾਹਰ ਗਿਆ ਹੋਇਆ ਹੈ, ਲੜਕੀਆਂ ਨੂੰ ਆਪਣੀ ਬੋਲੀ ਨਹੀਂ ਆਉਂਦੀ। ਸ਼ੋਰ ਹੀ ਹੋਣਾ ਸੀ, ਮਤਲਬ ਕਿ ਕੀ ਕਹਿ ਰਹੀ ਹੈ, ਸ਼ੋਰ ਹੀ ਹੋਣਾ ਸੀ ਵਿਚਾਰੀਆਂ ਨੇ, ਮਤਲਬ ਕਿ ਬੋਰ ਹੀ ਹੋਣਾ ਸੀ ਵਿਚਾਰੀਆਂ ਨੇ। ਪਤਨੀ ਨੇ ਪਰਦਾ ਪਾਉਂਦਿਆਂ ਜਿਵੇਂ ਹਰ ਮਾਂ ਆਪਣੇ ਬੱਚੇ 'ਤੇ ਪਾਉਂਦੀ ਹੈ। ਜਦੋਂ ਦੇਖਿਆ ਉਹਨੇ ਕਿ ਤੁਹਾਡੇ ਬੱਚੇ ਕਿਉਂ ਨਹੀਂ ਆਏ, ਤਾਂ ਜਿਹੜਾ ਬਲਵੰਤ ਰਾਏ ਸੀ ਉਹ ਕਹਿੰਦੇ ਵੀ ਉਹਨਾਂ ਮਤਲਬ ਕਿ ਕਹਿਣਾ ਕਿੱਥੇ ਮੰਨਦੇ ਆ। ਜਿਹੜੀ ਬਲਵੰਤ ਰਾਏ ਦੀ ਪਤਨੀ ਸੀ ਉਹ ਕਹਿੰਦੀ ਨਹੀਂ ਮੁੰਡਾ ਤਾਂ ਫਰੈਂਡਾਂ ਨਾਲ ਗਿਆ ਸੀ, ਕੁੜੀ ਨੂੰ ਸਾਡੀ ਬੋਲੀ ਮਤਲਬ ਪੰਜਾਬੀ ਨਹੀਂ ਆਉਂਦੀ ਅਤੇ ਉਹਨਾਂ ਨੇ ਬੋਰ ਹੀ ਹੋਣਾ ਸੀ। ਠੀਕ ਹੈ, ਹਰ ਮਾਂ ਜਿਵੇਂ ਪਰਦਾ ਪਾਉਂਦੀ ਆ ਉਵੇਂ ਉਹਨੇ ਵੀ ਪਾ ਦਿੱਤਾ। ਅੱਗੇ ਆਪਾਂ ਪੜ੍ਹਦੇ ਹਾਂ। ਇਸੇ ਮਿਲਣੇ ਵਿੱਚ ਅਸੀਂ ਮਾਸੀ ਨੂੰ ਬੀਬੀ ਜੀ ਦੀ ਥਾਂ ਮਾਸੀ ਜੀ ਆਖਣ ਲੱਗ ਪਏ। ਦਰਅਸਲ ਉਹਦੇ 1-2 ਸ਼ਬਦ ਕੀ ਕਹਿੰਦੇ ਆ ਕਿ ਜਿਹੜੇ ਉਹਦੇ 1-2 ਸ਼ਬਦ ਆ ਵੰਜੀਆਂ ਡਿੰਗੀ ਆਦਿਕ ਮੇਰੀ ਪਤਨੀ ਨੇ ਨੋਟ ਕਰਦਿਆਂ ਆਖਿਆ, ਤੁਸੀਂ ਤਾਂ ਉੱਧਰ ਪਾਕਿਸਤਾਨ ਤੋਂ ਆਏ ਲੱਗਦੇ ਹੋ। ਹਾਂ ਧੀਏ, ਰਾਵਲਪਿੰਡੀਓ। ਠੀਕ ਹੈ, ਮੇਰੇ ਮਾਤਾ ਜੀ ਵੀ ਰਾਵਲਪਿੰਡੀ ਦੇ ਨੇ। ਫਿਰ ਤੇ ਤੂੰ ਮੇਰੀ ਭਣੇਵੀਂ ਹੋਈ ਕਿ? ਹਾਂ ਮਾਸੀ ਜੀ, ਮਤਲਬ ਕਿ ਉਹਨਾਂ ਨੇ ਮਾਸੀ ਜੀ ਕਿਉਂ ਕਹਿਣਾ ਸ਼ੁਰੂ ਕਰ ਦਿੱਤਾ ਜਦੋਂ ਉਹਦੀ ਪਤਨੀ ਮਤਲਬ ਕਿ ਜਦੋਂ ਉਹ ਮਾਸੀ ਜੀ ਸੀ ਜਿਹੜੀ ਉਹਨਾਂ ਦੀ, ਠੀਕ ਆ, ਉਹ ਇੱਕ ਦੂਜੇ ਨੂੰ ਮਤਲਬ ਕਿ ਜਿਹੜੀ ਬੋਲੀ ਬੋਲਦੀ ਸੀ ਉਹ ਪਾਕਿਸਤਾਨ ਦੀ ਸੀ, ਅਤੇ ਜਿਹੜੀ ਉਹਦੀ ਵਾਈਫ ਸੀਗੀ ਜਿਨ੍ਹਾਂ ਦੇ ਘਰੇ ਉਹ ਆਏ ਸੀ ਉਹ ਕਹਿੰਦੇ ਵੀ ਤੁਸੀਂ ਤਾਂ ਪਾਕਿਸਤਾਨ ਦੇ ਲੱਗਦੇ ਹੋ। ਠੀਕ ਹੈ, ਤਾਂ ਕਰਕੇ ਉਹ ਮਾਸੀ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਪਹਿਲੀ ਮਿਲਣੀ ਵਿੱਚ ਹੀ ਸਾਡਾ ਮਾਸੀ ਨਾਲ ਅੰਤਾਂ ਦਾ ਮੋਹ ਪੈ ਗਿਆ। ਮਾਸੀ ਦੇ ਪੁੱਤਰ ਬਲਵੰਤ ਰਾਏ ਨੇ ਆਪਣੇ ਸਪਸ਼ਟ ਸੁਭਾਅ ਅਨੁਸਾਰ ਸਪਸ਼ਟ ਗੱਲ ਕੀਤੀ। ਵੇਖੋ ਬੀਬੀ ਜੀ, ਅਸੀਂ ਤਾਂ ਕੁੱਤੇ ਦੀ ਮੌਤ ਮਰਨ ਵਾਲੇ ਲੋਕ ਹਾਂ। ਸਵੇਰੇ 6 ਵਜੇ ਸ਼ਾਪ ਖੋਲ੍ਹਦੇ ਹਾਂ, ਸ਼ਾਮ ਨੂੰ 9-10 ਵਜੇ ਬੰਦ ਕਰਦੇ ਹਾਂ। ਘਰ ਪਰ ਅੱਧ ਸੁੱਤੇ ਹੀ ਰੋਟੀ ਖਾਂਦੇ ਹਾਂ। ਤੁਸੀਂ ਆਪਣਾ ਦਿਲ ਆਪ ਹੀ ਲਗਾਉਣਾ ਏ। ਜੇ ਕਦੀ ਉਦਾਸ ਹੋਵੋ ਤਾਂ ਇਹਨਾਂ ਨੂੰ ਫੋਨ ਕਰ ਲੈਣਾ, ਇਹ ਤੁਹਾਡੀ ਖਬਰਸਾਰ ਲੈ ਲੈਣਗੇ। ਬੰਦੇ ਚੰਗੇ ਨੇ, ਨਾਲੇ ਇਹਨਾਂ ਕੋਲ ਵਕਤ ਏ। ਕਿਉਂ ਪੁੱਤਰ, ਕੋਈ ਕੰਮ ਧੰਦਾ ਨਹੀਂ ਕਰਦੇ? ਮਾਸੀ ਨੇ ਸਾਨੂੰ ਸਵਾਲ ਕੀਤਾ, ਜਿਸ ਦਾ ਸਾਡੀ ਥਾਂ ਉਸਦੇ ਪੁੱਤਰ ਨੇ ਹੀ ਜਵਾਬ ਦੇ ਦਿੱਤਾ। ਕੰਮ ਤਾਂ ਕਰਦੇ ਨੇ, ਪਰ ਸਾਡੇ ਵਾਂਗ ਕੁੱਤੇ ਦੀ ਮੌਤ ਨਹੀਂ ਮਰਦੇ। ਨੌਕਰੀ ਪੇਸ਼ਾ ਲੋਕਾਂ ਨੇ 9 ਵਜੇ ਜਾਂਦੇ ਨੇ ਅਤੇ 5 ਵਜੇ ਘਰ ਆ ਜਾਂਦੇ ਨੇ। ਸ਼ਨਿਚਰਵਾਰ ਐਤਵਾਰ ਦੀਆਂ ਪੂਰੀਆਂ 2 ਛੁੱਟੀਆਂ। ਇਹੋ ਜਿਹੇ ਲੋਕ ਸਾਡੇ ਲਈ ਤਾਂ ਵੇਲੇ ਹੀ ਹੁੰਦੇ ਹਨ। ਮਾਸੀ ਦਾ ਸੁਭਾਅ ਬਹੁਤ ਮਿਲਾਪੜਾ ਅਤੇ ਮਿੱਠਾ ਸੀ। ਅਸੀਂ ਤਾਂ ਉਸਨੇ ਮੁੱਲ ਹੀ ਲੈ ਲਏ। ਅਗਲਾ ਐਤਵਾਰ ਆਇਆ ਤਾਂ ਅਸੀਂ ਮਾਸੀ ਨੂੰ ਪੁੱਛਿਆ ਕਿ ਗੁਰਦੁਆਰੇ ਜਾਵੋਗੇ ਕਿ ਮੰਦਰ? ਮਾਸੀ ਨੇ ਜਵਾਬ ਦਿੱਤਾ, ਪੁੱਤ ਕੋਈ ਫਰਕ ਨਹੀਂ, ਦੋਵੇਂ ਥਾਂ ਚੱਲਾਂਗੇ। ਸਵੇਰੇ ਗੁਰਦੁਆਰੇ, ਸ਼ਾਮੀ ਮੰਦਰ। ਮਾਸੀ ਜੀ
ਇਹੋ ਜਿਹੇ ਮਹਾਨ ਲੋਕ ਤਾਂ ਘੱਟ ਹੀ ਵੇਖੇ ਨੇ ਜਿਹੜੇ ਗੁਰਦੁਆਰੇ ਤੇ ਮੰਦਰ ਦੋਹਾਂ ਥਾਵਾਂ ਤੇ ਜਾਣ। ਤੁਸੀਂ ਤਾਂ ਕਮਾਲ ਕਰ ਦਿੱਤੀ। ਨਹੀਂ ਬੇਟਾ, ਇਹ ਫਰਕ ਵਾਲੀ ਬਿਮਾਰੀ ਤਾਂ ਹੁਣੇ ਚੱਲੀ ਹੈ। ਉਧਰ ਸਾਡੇ ਪਾਕਿਸਤਾਨ ਵਿੱਚ ਤਾਂ ਹਿੰਦੂਆਂ ਨੂੰ ਗੁਰੂ ਘਰ ਨਾਲ ਬੜਾ ਪਿਆਰ ਸੀ। ਉਹ ਇੱਕ ਪੁੱਤਰ ਨੂੰ ਤਾਂ ਸਿੱਖ ਜ਼ਰੂਰ ਬਣਾਉਂਦੇ ਸਨ। ਠੀਕ ਹੈ, ਅੱਗੇ ਨੈਕਸਟ। ਮੈਨੂੰ ਮਾਸੀ ਦੀ ਗੱਲ ਬਹੁਤ ਚੰਗੀ ਲੱਗੀ। ਠੀਕ ਹੈ, ਇਸ ਵਿੱਚ ਲੁਕੀ ਨੇਕ ਭਾਵਨਾ ਨੇ ਮੈਨੂੰ ਕੀਲ ਕੇ ਰੱਖ ਦਿੱਤਾ, ਕੀਲ ਲਿਆ। ਠੀਕ ਹੈ, ਬਗੀਚੇ ਵਿੱਚ ਭਾਂਤ ਭਾਂਤ ਦੇ ਫੁੱਲ ਲਹਿਰਾ ਰਹੇ ਹੋਣ ਤਾਂ ਬਗੀਚੇ ਦੀ ਆਬਾ ਮਤਲਬ ਕਿ ਸ਼ਾਨ ਨੂੰ ਚਾਰ ਚੰਨ ਲੱਗ ਜਾਂਦੇ ਹਨ। ਮੈਂ ਸੋਚਿਆ, ਮੈਂ ਤੇ ਮੇਰੀ ਪਤਨੀ ਮਾਸੀ ਨੂੰ ਗੁਰਦੁਆਰੇ ਤੇ ਮੰਦਰ ਲੈ ਕੇ ਜਾਣ ਲਈ ਤਿਆਰ ਹੋ ਗਏ। ਬਲਵੰਤ ਤੇ ਉਹਦੀ ਪਤਨੀ, ਉਹਨਾਂ ਦੇ ਦੋ ਲੜਕੇ ਤੇ ਦੋਹਾਂ ਧੀਆਂ ਨੂੰ ਆਖਿਆ ਬਈ ਮਾਂ ਤਾਂ ਤੁਹਾਡੀ ਹੈ, ਤੁਸੀਂ ਵੀ ਨਾਲ ਸੰਗਤ ਕਰੋ। ਬਲਵੰਤ ਰਾਏ ਨੇ ਫਿਰ ਖਰੀ ਤੇ ਸਪਸ਼ਟ ਗੱਲ ਕਰਦਿਆਂ ਜਵਾਬ ਦਿੱਤਾ, ਭਾਈ ਸਾਹਿਬ, ਐਤਵਾਰ ਨੂੰ ਤੇ ਸਾਨੂੰ ਸਿਰਫ 4 ਘੰਟੇ ਵੇਹਲ ਮਿਲਦੀ ਹੈ। ਠੀਕ ਹੈ, ਉਹੀ ਸਮਾਂ ਸਾਡੀ ਜ਼ਿੰਦਗੀ ਦਾ ਸਵਰਗ ਹੁੰਦਾ ਹੈ, ਜਿਸ ਵਿੱਚ ਨਹਾ ਧੋ ਲੈਂਦੇ ਹਾਂ, ਮਨ ਮਰਜ਼ੀ ਦੀ ਤਾਜ਼ੀ ਰੋਟੀ ਖਾ ਲੈਂਦੇ ਹਾਂ ਤੇ ਸੌਂ ਜਾਂਦੇ ਹਾਂ। ਇਹੀ ਸਵਰਗ ਸਾਥੋਂ ਨਾ ਖੋ। ਠੀਕ ਹੈ, ਨਹੀਂ ਖੋਂਦਾ ਤੂੰ ਬਈ ਅਨੰਤ। ਠੀਕ ਹੈ, ਚੱਲ ਮੰਦਰ ਗੁਰਦੁਆਰੇ ਯਾਰ, ਮਾੜੀ ਮੋਟੀ ਆਪਣੀ ਸੱਭਿਅਤਾ ਦਾ ਪਤਾ ਲੱਗੇਗਾ। ਮੈਂ ਉਹਨਾਂ ਦੇ ਲੜਕੇ ਨੂੰ ਆਖਿਆ। ਠੀਕ ਹੈ, ਸੌਰੀ ਅੰਕਲ ਜੀ, ਮੈਂ ਆਪਣੇ ਫਰੈਂਡਾਂ ਨਾਲ ਆਲਰੇਡੀ ਪ੍ਰੋਗਰਾਮ ਬਣਾਇਆ ਹੋਇਆ। ਉਂਝ ਵੀ ਮੈਨੂੰ ਸਮਝ ਨਹੀਂ ਪੈਂਦੀ ਕਿ ਉਹ ਕੀ ਕਹਿੰਦੇ ਹਨ। ਬਹੁਤ ਬੋਰ ਹੋ ਜਾਂਦਾ ਹਾਂ। ਤੂੰ ਭਾਈ ਅਨੀਤਾ? ਮੈਂ ਅੰਕਲ ਜੀ ਅੱਜ ਟੈਲੀ ਵੇਖਣਾ। ਠੀਕ ਹੈ, ਤੂੰ ਭਾਈ ਮੀਰਾ? ਅਖੀਰ ਮੈਂ ਉਹਨਾਂ ਦੀ ਭਲਾਮਾਨਸ ਜਿਹੀ ਕੁੜੀ ਨੂੰ ਪੁੱਛਿਆ, ਗੁਰਦੁਆਰੇ ਜਾਣਾ ਚੰਗਾ ਨਹੀਂ ਲੱਗਦਾ? ਪਿਛਲੇ ਸਮੇਂ ਦੀਆਂ ਨਾ ਸਮਝ ਆਉਣ ਵਾਲੀਆਂ ਗੱਲਾਂ ਕਰਦੇ ਨੇ। ਘਰ ਹੀ ਠਹਿਰਾਂਗੀ ਤੇ ਮੰਮੀ ਦੀ ਹੈਲਪ ਕਰਾਂਗੀ। ਮਤਲਬ ਕਿ ਉਹ ਕੁੜੀ ਕਹਿੰਦੀ ਹੈ ਮੈਂ ਘਰ ਹੀ ਠਹਿਰਾਂਗੀ ਤੇ ਮੰਮੀ ਦੀ ਹੈਲਪ ਕਰਾਂਗੀ, ਪਰ ਜੇ ਤੁਸੀਂ ਆਖੋ ਤੇ ਨਾ ਤਾਂ ਚਲਦੀ ਹਾਂ। ਨਹੀਂ ਬੇਟਾ, ਤੂੰ ਘਰ ਹੀ ਰਹਿ। ਮਾਂ ਦੀ ਸੇਵਾ ਕਰਮਾਂ ਨਾਲ ਮਿਲਦੀ ਹੈ, ਪਰ ਜਿਹੜੇ ਘਰ ਵਿੱਚ ਮਾਂ ਬਾਪ ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਆਪਣੇ ਬੱਚਿਆਂ ਦਾ ਮੂੰਹ ਵੀ ਨਹੀਂ ਦੇਖਦੇ, ਉੱਥੇ ਖੈਰ ਕਰਮ ਤਾਂ ਕਿਸੇ ਦੇ ਕੀ ਚੰਗੇ ਹੋ ਸਕਦੇ ਹਨ। ਅੱਛਾ, ਸਤਿ ਸ੍ਰੀ ਅਕਾਲ ਤੇ ਨਮਸਤੇ, ਅਸੀਂ ਚੱਲੇ। ਠੀਕ ਹੈ, ਅੱਗੇ ਇਹ ਸਿਲਸਿਲਾ ਕਈ ਹਫ਼ਤੇ ਜਾਰੀ ਰਿਹਾ। ਮਾਸੀ ਪੁਰਾਣੇ ਵੇਲਿਆਂ ਦੀ ਔਰਤ ਸੀ। ਪੁਰਾਣੇ ਸਮਿਆਂ ਦੀਆਂ ਔਰਤਾਂ ਵਿੱਚ ਇੱਕ ਚੀਜ਼ ਤਾਂ ਸਾਂਝੀ ਹੁੰਦੀ ਸੀ ਕਿ ਉਹ ਕਰਮ ਕਰਦੀਆਂ ਹਨ, ਸੋਚਦੀਆਂ ਤੇ ਝੁਕਦੀਆਂ ਨਹੀਂ। ਮਨ ਵਿੱਚ ਵਿਚਾਰ ਆਇਆ ਨਹੀਂ ਕਿ ਉਹ ਉੱਠ ਕੇ ਤੁਰ ਪੈਂਦੀਆਂ ਹਨ। ਠੀਕ ਹੈ, ਮਾਸੀ ਗੁਰਦੁਆਰੇ ਗਈ, ਮੱਥਾ ਟੇਕਿਆ, ਦੋ ਬੋਲ ਬਾਣੀ ਦੇ ਸੁਣੇ, ਮੁੜ ਮੱਥਾ ਟੇਕਿਆ ਤੇ ਮੇਰੀ ਪਤਨੀ ਨੂੰ ਪੁੱਛਣ ਲੱਗੀ, ਲੰਗਰ ਕਿੱਧਰ ਹੈ ਧੀਏ? ਮੇਰੀ ਪਤਨੀ ਉਸ ਨੂੰ ਉਹਨਾਂ ਨੂੰ ਲੰਗਰ ਹਾਲ ਦੇ ਵਿੱਚ ਲੈ ਗਈ। ਮਾਸੀ ਨੇ ਏਪਰਨ ਬੰਨਿਆ ਤੇ ਰੋਟੀਆਂ ਪਕਾਉਣ ਲੱਗ ਪਏ। ਇਸ ਕਰਮ ਦਾ ਅਸਰ ਆਮ ਸੇਵਕਾਂ ਤੇ ਤਾਂ ਪੈਣਾ ਹੀ ਹੁੰਦਾ ਹੈ। ਠੀਕ ਹੈ, ਪ੍ਰਧਾਨ ਤੇ ਵੀ ਪਿਆ। ਹਾਲਾਂਕਿ ਧਾਰਮਿਕ ਅਦਾਰਿਆਂ ਦੇ ਪ੍ਰਧਾਨਾਂ ਤੋਂ ਆਮ ਸੇਵਕਾਂ ਵੱਲੋਂ ਕੀਤੇ ਚੰਗੇ ਕਰਮਾਂ ਦਾ ਅਸਰ ਘੱਟ ਹੀ ਪੈਦਾ ਹੁੰਦਾ ਹੈ। ਉਸਨੇ ਵੀ ਮੈਨੂੰ ਵਾਰ-ਵਾਰ ਕਿਹਾ ਕਿ ਮਾਤਾ ਜੀ ਨੂੰ ਲੈ ਕੇ ਆਇਆ ਕਰੋ। ਇਹੋ ਜਿਹੇ ਸੇਵਾ ਭਾਵਨਾ ਵਾਲੇ ਜੋੜਦਿਆਂ ਸਦਕਾ ਹੀ ਗੁਰੂ ਘਰ ਆਬਾਦ ਨੇ। ਆਪਣੀ ਘਰਵਾਲੀ ਨੂੰ ਤਾਂ ਮੈਂ ਜਦੋਂ ਵੀ ਲੰਗਰ ਦੀ ਸੇਵਾ ਲਈ ਆਖਦਾ, ਉਹਦੇ ਉੱਲਾ ਉੱਠ ਆਉਂਦੀਆਂ ਨੇ। ਪ੍ਰਧਾਨ ਵੀ ਬਲਵੰਤ ਰਾਏ ਵਾਂਗ ਸਪਸ਼ਟ ਬੰਦਾ ਜਾਪਦਾ ਸੀ। ਠੀਕ ਹੈ, ਮਤਲਬ ਕਿ ਜਦੋਂ ਉਹਦੀ ਮਾਸੀ ਗੁਰਦੁਆਰੇ ਜਾਂਦੀ ਹੈ ਤੇ ਉਹ ਪੂਰੀ ਨਿਸ਼ਚਾ ਨਾਲ ਸੇਵਾ ਕਰਦੀ ਹੈ। ਜਦੋਂ ਸੇਵਾ ਕਰਦੀ ਹੈ ਤੇ ਉਹਦਾ ਅਸਰ ਗੁਰਦੁਆਰੇ ਦੇ ਪ੍ਰਧਾਨ ਤੇ ਵੀ ਪੈਂਦਾ। ਪ੍ਰਧਾਨ ਕਹਿੰਦਾ ਵਾ ਕਿ ਇਸ ਔਰਤ ਨੂੰ ਜ਼ਰੂਰ ਲੈ ਕੇ ਆਇਓ, ਇਹੋ ਜਿਹੇ ਬੰਦੇ ਤਾਂ ਬਹੁਤ ਘੱਟ ਮਿਲਦੇ ਆ। ਠੀਕ ਹੈ, ਇਸ ਤਰ੍ਹਾਂ ਮੰਦਰ ਵਿੱਚ ਮਾਸੀ ਨੇ ਭਜਨ ਗਾਏ ਤੇ ਧੂੜਾਂ ਪੱਟ ਦਿੱਤੀਆਂ। ਠੀਕ ਹੈ, ਇੱਥੇ ਵੀ ਪ੍ਰਧਾਨ ਸਾਹਿਬ ਇੰਨੇ ਪ੍ਰਭਾਵਿਤ ਹੋਏ ਕਿ ਆਪ ਪੰਜਾਬੀ ਹੁੰਦਿਆਂ ਵੀ ਮੈਨੂੰ ਹਿੰਦੀ ਵਿੱਚ ਬੇਨਤੀ ਕੀਤੀ, ਅਰੇ ਭਾਈ, ਮਾਤਾ ਜੀ ਕੋ ਹਰ ਵੀਕ ਲੈ ਕਰ ਆਇਆ ਕਰੋ, ਅੱਛੇ ਭਜਨ ਗਾਣੇ ਵਾਲੇ ਤੋਂ ਮਿਲਤੇ ਹੀ ਨਹੀਂ। ਇਹਨਾਂ ਸਾਰੀਆਂ ਗੱਲਾਂ ਤੋਂ ਵੱਧ ਮਾਸੀ ਨੂੰ ਇੰਗਲੈਂਡ ਦੇ ਰਹਿਣ ਸਹਿਣ ਨੇ ਪ੍ਰਭਾਵਿਤ ਕੀਤਾ। ਬਸ ਮਹਾਂਪ੍ਰਸੰਨਤਾ ਦੇ ਵੇਗ ਵਿੱਚ ਇੰਗਲੈਂਡ ਦੀਆਂ ਸਿਫਤਾਂ ਤੇ ਇੰਗਲੈਂਡ ਦੀਆਂ
ਇੱਕੋ ਸਿਫਤਾਂ ਕਰਦੀ ਰਹਿੰਦੀ। ਬੇਟਾ ਵੇਖਣ ਨੂੰ ਤੇ ਸੁਣਨ 'ਚ ਬਹੁਤ ਫਰਕ ਹੈ। ਮੈਂ ਜੇ ਸਵਰਗ ਕਿਤੇ ਹੋਵੇਗਾ ਵੀ ਤਾਂ ਉਹ ਇੰਗਲੈਂਡ ਤੋਂ ਚੰਗੇਰਾ ਨਹੀਂ ਹੋਵੇਗਾ। ਏਅਰਪੋਰਟ 'ਤੇ ਉਤਰੀ ਤਾਂ ਇੰਨੇ ਗੋਰੇ ਚਿੱਟੇ ਲੋਕ ਨੇ ਤੇ ਇੰਨੀ ਸਫਾਈ ਵੇਖ ਮੇਰੀਆਂ ਤਾਂ ਅੱਖਾਂ ਚੁੰਦੀਆਂ ਆਈਆਂ ਗਈਆਂ, ਮਤਲਬ ਕਿ ਹੈਰਾਨ ਰਹਿ ਗਈਆਂ। ਇੰਨੀਆਂ ਚੌੜੀਆਂ ਤੇ ਸਾਫ਼ ਸੁਥਰੀਆਂ ਸੜਕਾਂ ਭਾਵੇਂ ਜੀਭ ਨਾਲ ਚੱਟ ਲਵੋ, ਠੀਕ ਹੈ, ਮਤਲਬ ਕਿ ਇੰਨਾ ਜ਼ਿਆਦਾ ਸਾਫ਼ ਹੁੰਦਾ। ਕੋਈ ਹਾਰਨ ਨਹੀਂ ਵੱਜਦਾ। ਇੰਡੀਆ 'ਚ ਤਾਂ ਬੱਸਾਂ ਟਰੱਕਾਂ ਵਾਲੇ ਕੰਨ ਪਾੜ ਲੈਂਦੇ ਹਨ ਤੇ ਗੰਦ ਤੌਬਾ ਤੌਬਾ। ਅੱਜ ਮੇਰਾ ਬਲਵੰਤ ਦੱਸਦਾ ਸੀ ਕਿ ਇਹਨਾਂ ਮੁਲਕਾਂ ਤੋਂ ਮੱਖਣ, ਦੁੱਧ ਤੇ ਪਨੀਰ ਸੰਭਾਲਿਆ ਨਹੀਂ ਜਾਂਦਾ, ਇਸ ਲਈ ਮੁਫਤ ਵੰਡਿਆ ਜਾ ਰਿਹਾ ਹੈ। ਮੈਂ ਤਾਂ ਆਨੀ ਹਾਂ ਕਿ ਸਵਰਗ ਵਿੱਚ ਇੰਨੀਆਂ ਨਿਯਮਤਾਂ ਨਹੀਂ ਹੋ ਸਕਦੀਆਂ। ਨਾਲੇ ਪੁੱਤਰ ਸਵਰਗ ਕਿਹੜਾ ਕਿਸਨੇ ਵੇਖਿਆ ਏ? ਵਾਹ ਵਾਹ, ਅੰਗਰੇਜ਼ ਨੇ ਐਵੇਂ ਤੇ ਨਹੀਂ ਨਾ ਦੁਨੀਆ 'ਤੇ ਰਾਜ ਕੀਤਾ, ਠੀਕ ਹੈ। ਉਹਨੂੰ ਮਤਲਬ ਕਿ ਮਾਸੀ ਨੂੰ ਸਿਫਤ, ਮਤਲਬ ਮਾਸੀ ਸ਼ੁਰੂ 'ਚ ਤਾਂ ਬਹੁਤ ਸਿਫਤਾਂ ਕਰਦੀ ਹੈ, ਠੀਕ ਹੈ। ਅੱਗੇ ਪੜ੍ਹਦੇ ਹਾਂ। ਪਰ ਮਾਸੀ ਜੀ ਅਸੀਂ ਤਾਂ ਮਾਰਜਿਨ ਖਾਂਦੇ ਹਾਂ ਤਾਂ ਕਿ ਮੋਟੇ ਨਾ ਹੋ ਜਾਈਏ। ਦੁੱਧ ਵੀ ਬਹੁਤ ਚਰਬੀ ਵਧਾਉਂਦਾ ਹੈ, ਇਸੇ ਲਈ ਘੱਟ ਕਰੀਮ ਵਾਲਾ ਦੁੱਧ ਪੀਂਦੇ ਹਾਂ। ਮੇਰੀ ਪਤਨੀ ਨੇ ਆਖਿਆ। ਮਾਸੀ ਮੇਰੀ ਪਤਨੀ ਨੂੰ ਚਈ ਲੈ ਕੇ ਪਈ, ਤਾਈਓ ਤਾਂ ਫਾਕੜ ਪਈ ਲੱਗਦੀ ਏ। ਦੁੱਧ ਮੱਖਣ ਤਾਂ ਰਿਸ਼ੀਆਂ ਮੁਨੀਆਂ ਤੇ ਮਹਾਰਾਜਿਆਂ ਦੀ ਖੁਰਾਕ ਸੀ, ਜਿਹੜੇ ਵੇਦ ਗ੍ਰੰਥ ਲਿਖਦੇ ਸਨ ਤੇ ਯੁੱਧ ਕਰਦੇ ਸਨ। ਨਾ ਮੇਰੀ ਧੀ, ਖਾਇਆ ਪੀਆ ਕਰ। ਇਹ ਜਿਹੜੀਆਂ ਤੇਰੇ ਮੋਢਿਆਂ ਅਤੇ ਤ੍ਰਿਕਲ 'ਚ ਪੀੜਾਂ ਰਹਿੰਦੀਆਂ ਹਨ, ਠੀਕ ਹੈ, ਜੋ ਦਿਨਾਂ ਵਿੱਚ ਨਾ ਚੱਕੀਆਂ ਜਾਣ ਤਾਂ ਮੈਨੂੰ ਫੜ ਲਈ। ਮਤਲਬ ਕਿ ਉਹਦੀ ਵਾਈਫ ਨੂੰ ਕਹਿੰਦੀ ਆ ਕਿ ਇੱਥੇ ਦੁੱਧ ਦਹੀਂ ਇੰਨਾ ਜ਼ਿਆਦਾ ਵਾ, ਤੇ ਉਹਦੀ ਵਾਈਫ ਕਹਿੰਦੀ ਆ ਵੀ ਅਸੀਂ ਤਾਂ ਖਾਂਦੇ ਨਹੀਂ, ਅਸੀਂ ਤਾਂ ਤੋਲ ਕੇ ਖਾਂਦੇ ਹਾਂ ਹਰ ਇੱਕ ਚੀਜ਼ ਤਾਂ ਕਿ ਮੋਟੇ ਨਾ ਹੋ ਜਾਈਏ। ਉਹ ਤਾਂ ਫਿਰ ਉਹਨੂੰ ਸਮਝਾਉਂਦੀ ਆ ਵੀ ਤੂੰ ਖਾਇਆ ਪੀਆ ਕਰ, ਜਿਹੜੀਆਂ ਵੀ ਤੇਰੀਆਂ ਪੀੜਾਂ ਨੇ ਉਹ ਸਭ ਇੱਕ ਮਤਲਬ ਕਿ ਮਿੰਟ 'ਚ ਚੁੱਕੀਆਂ ਜਾਣਗੀਆਂ ਮਤਲਬ ਕਿ ਤੇਰੀ ਖਤਮ ਹੋ ਜਾਣਗੀਆਂ। ਉਹ ਤਾਂ ਠੀਕ ਹੈ ਮਾਸੀ ਜੀ, ਪਰ ਵੇਖੋ ਮੌਸਮ ਕਿੰਨਾ ਭੈੜਾ ਰਹਿੰਦਾ, ਸਾਰਾ ਦਿਨ ਕੈਦੀਆਂ ਵਾਂਗ ਅੰਦਰ ਤਾੜੇ ਰਹੀਦਾ ਹੈ। ਮੈਂ ਆਖਿਆ। ਮਾਸੀ ਨੂੰ ਮੇਰੀ ਗੱਲ ਬਹੁਤ ਬੁਰੀ ਲੱਗੀ, ਬੋਲੀ ਕਿ ਹੋਇਆ ਇਹ ਮੌਸਮ ਨੂੰ? ਗਰਮੀ ਦਾ ਤਾਂ ਨਾਮ ਨਿਸ਼ਾਨ ਨਹੀਂ ਇੱਥੇ। ਇੰਡੀਆ ਦੀ ਗਰਮੀ ਸ਼ਾਇਦ ਤੁਸੀਂ ਭੁੱਲ ਗਏ ਹੋ। ਤੌਬਾ ਮੇਰੇ ਰਾਮ, ਇਨਸਾਨ ਸੁੱਕ ਕੇ ਕਾਲਾ ਭੂਤ ਬਣ ਜਾਂਦਾ ਹੈ। ਸਰਦੀਆਂ ਵਿੱਚ ਹਮੇਸ਼ਾ ਬਿਆਈਆਂ ਫਟੀਆਂ ਰਹਿੰਦੀਆਂ ਨੇ, ਠੀਕ ਹੈ, ਬਿਆਈਆਂ ਫਟੀਆਂ ਰਹਿੰਦੀਆਂ ਨੇ। ਅੱਧੀ ਰਾਤ ਤਿੱਕਰ ਢਿੱਡ 'ਚ ਗੋਡੇ ਲੈ ਕੇ ਪੈਂਦੇ ਆ ਤੇ ਕਿਤੇ ਜਾ ਕੇ ਪੈਰ ਜਰਾ ਗਰਮ ਹੁੰਦੇ ਨੇ। ਜਰਾ ਬਰਸਾਤਾਂ ਲੱਗ ਜਾਣ ਤਾਂ ਚਿੱਕੜ ਹੀ ਚਿੱਕੜ, ਮੱਛਰ ਇੰਨੇ ਕਿ ਹੁਣ ਇੰਡੀਆ ਵਿੱਚ ਘਰ ਮਲੇਰੀਏ ਦੇ ਰੋਗੀ ਪਏ ਰਹਿੰਦੇ ਹਨ। ਅੰਦਰ ਕਿਉਂ ਤਾੜੇ ਰਹੋ, ਇੰਨੇ ਸੋਹਣੇ ਮਕਾਨ, ਗਲੀਚੇ, ਠੀਕ ਹੈ, ਗਰਮ ਪਾਣੀ ਭਾਵੇਂ ਚੁਬੁੱਚੇ ਭਰ ਨਹਾਓ, ਗੈਸ ਦੇ ਹੀਟਰ ਤੇ ਕੁੱਕਰ, ਟੈਲੀਵਿਜ਼ਨ, ਵੀਡੀਓ ਤੇ ਕਮਰੇ ਵਿੱਚ ਟੇਪ ਰਿਕਾਰਡਾਂ, ਬਾਹਰ ਕਾਰਾਂ। ਬਹਿਸ਼ਤ ਵਿੱਚ ਵੀ ਇਹੋ ਜਿਹੇ ਸੁੱਖ ਨਹੀਂ ਹੋਣੇ। ਸ਼ੁਕਰ ਕਰ ਪੁੱਤ, ਸ਼ੁਕਰ। ਜੇ ਇੰਡੀਆ 'ਚ ਹੁੰਦਾ ਤਾਂ ਮਸਾਂ ਕਿਤੇ ਸਕੂਟਰੀ ਜੁੜਨੀ ਸੀ, ਉਹ ਵੀ ਜੇ ਦੋਵੇਂ ਕੰਮ ਕਰਦੇ ਹੁੰਦੇ। ਜਦੋਂ ਦੀ ਮਾਸੀ ਇੰਗਲੈਂਡ ਵਿੱਚ ਆਈ ਹੋਰ ਹੋ ਗਈ ਸੀ, ਠੀਕ ਹੈ। ਉਹ ਇੰਗਲੈਂਡ ਦੀ ਇੱਥੋਂ ਤੱਕ ਦੀਵਾਨੀ ਹੋ ਗਈ ਕਿ ਇੱਕ ਦਿਨ ਮੈਨੂੰ ਤੇ ਮੇਰੀ ਪਤਨੀ ਨੂੰ ਆਖਣ ਲੱਗੀ, ਬੇਟਾ ਮੈਂ ਤਾਂ ਬਲਵੰਤ ਨੂੰ ਆਖਣ ਲੱਗੀ, ਜਰਾ ਝਿਜਕਦੀ ਹਾਂ, ਤੁਸੀਂ ਮੌਕਾ ਵੇਖ ਕੇ ਗੱਲ ਕਰਿਓ। ਜੇ ਉਹ ਮੈਨੂੰ ਪੱਕੇ ਤੌਰ 'ਤੇ ਇੱਥੇ ਰੱਖ ਲਵੇ ਤਾਂ ਮੇਰਾ ਵੀ ਅੰਤਲੀ ਉਮਰ ਸਵਰਗ ਵਿੱਚ ਕੱਟ ਜਾਵੇਗੀ। ਜਦੋਂ ਵਾਪਸ ਜਾਣ ਦਾ ਖਿਆਲ ਆਉਂਦਾ ਹੈ ਤਾਂ ਹੌਲ ਪੈਣ ਲੱਗ ਜਾਂਦੇ ਆ। ਫਿਰ ਹੌਲੀ ਹੌਲੀ ਉਹਦੇ ਬਾਊ ਜੀ ਵੀ ਆ ਜਾਣਗੇ। ਸਾਡਾ ਦੋਹਾਂ ਦਾ ਜਹਾਨ ਤੇ ਆਣਾ ਸਫਲਾ ਹੋ ਜਾਵੇਗਾ। ਪਰਮਾਤਮਾ ਤੁਹਾਨੂੰ ਭਾਗ ਲਾਵੇ, ਠੀਕ ਹੈ। ਪਹਿਲਾਂ ਤਾਂ ਮਾਸੀ ਬਹੁਤ ਤਾਰੀਫਾਂ ਕਰਦੀ ਆ, ਠੀਕ ਹੈ, ਇੰਗਲੈਂਡ ਦੀਆਂ, ਕਿ ਬਹੁਤ ਸੋਹਣਾ ਵਾ, ਮੈਨੂੰ ਵੀ ਰੱਖ ਲਵੇ ਇੱਥੇ ਸਾਰੀ ਉਮਰ ਲਈ, ਸਾਡਾ ਸਵਰਗ ਹੋ ਜਾਊਗਾ, ਮਤਲਬ ਕਿ ਇਸ ਸਵਰਗ ਦੇ ਵਾਸੀ ਸਾਡਾ ਆਉਣਾ ਇੱਥੇ ਇਸ ਦੁਨੀਆ 'ਚ ਸਫਲ ਹੋ ਜਾਊਗਾ। ਹੁਣ ਅੱਗੇ ਪੜ੍ਹਦੇ ਹਾਂ ਕੀ ਕਹਿੰਦੇ ਆ। ਇੱਕ ਦਿਨ ਮੈਂ ਬਿਮਾਰ ਹੋ ਗਿਆ ਤੇ ਘਰ ਵਿੱਚ ਇਕੱਲਾ ਪਿਆ ਅੱਕ ਗਿਆ। ਮਾਸੀ ਨੂੰ ਫੋਨ ਕੀਤਾ ਕਿ ਜੇ ਸੰਭਵ ਹੋਵੇ ਤਾਂ ਆ ਜਾਵੇ।
ਮਾਸੀ ਜਿੱਥੇ ਖਲੋਤੀ ਸੀ ਉੱਥੋਂ ਹੀ ਆ ਗਈ। ਬੜੇ ਫਿਕਰ ਨਾਲ ਪੁੱਛਣ ਲੱਗੀ, ਕੀ ਗੱਲ ਬੇਟਾ, ਠੀਕ ਤਾਂ ਹੋ? ਮਾਸੀ ਜੀ ਬੁਖਾਰ ਸੀ ਜਰਾ। ਮੈਂ ਆਖਿਆ ਚਲੋ ਛੁੱਟੀ ਹੀ ਲੈ ਲੈਂਦੇ ਹਾਂ, ਪਰ ਇਹ ਮੜੀਆਂ ਵਰਗੀ ਚੁੱਪ ਖਾਣ ਨੂੰ ਆਉਂਦੀ ਏ। ਕੀ ਜ਼ਿੰਦਗੀ ਏ। 7 ਸਾਲ ਇਸ ਮਕਾਨ ਵਿੱਚ ਰਹਿੰਦਿਆਂ ਨੂੰ ਹੋ ਗਏ ਹਨ, ਪਰ ਕਦੇ ਕੋਈ ਗੁਆਂਢੀ ਸਾਡੇ ਘਰ ਨਹੀਂ ਆਇਆ। ਉਸ ਮੁਲਕ ਵਿੱਚ ਰਹਿਣ ਦਾ ਕੀ ਹੱਜ ਜਿੱਥੇ 100 ਚੋਂ 95 ਬੰਦੇ ਤੁਹਾਨੂੰ ਜਾਣਦੇ ਹੀ ਨਾ ਹੋਣ। ਜ਼ਾਹਰ ਹੈ ਕਿ ਮਾਸੀ ਨੂੰ ਮੇਰੀ ਗੱਲ ਪਸੰਦ ਨਹੀਂ ਸੀ ਆਉਣੀ ਤੇ ਨਾ ਹੀ ਆਈ। ਉਹ ਬਹੁਤ ਪਿਆਰ ਪਰ ਬਹੁਤ ਹੀ ਦ੍ਰਿੜਤਾ ਨਾਲ ਬੋਲੀ, ਵੇਖ ਬੇਟਾ, ਉਂਝ ਤਾਂ ਤੇਰੀ ਮਰਜ਼ੀ ਏ, ਪਰ ਤੂੰ ਮੜੀਆਂ ਸਿਵਿਆਂ ਵਰਗੇ ਕੁਲੈਣੇ ਤੇ ਨਹਿਸ਼ ਬੋਲਿਆ ਕਰ। ਤੇਰੀ ਘਰਵਾਲੀ, ਤੇਰਾ ਪੁੱਤ, ਤੇਰੀ ਨੂੰਹ, ਤੇਰੀ ਧੀ, ਵੇਖ ਕਿੰਨਾ ਖੁਸ਼ ਪਰਿਵਾਰ ਏ ਤੇਰਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਗਲੈਂਡ ਵਰਗੇ ਸਵਰਗ 'ਚ ਬੈਠਾ ਹੈ। 100 ਵਾਰ ਤੇ ਧਰਤੀ ਨੂੰ ਨਮਸਕਾਰ ਪੁੱਤਰ। ਜਿੱਥੇ ਤੀਕ ਲੋਕਾਂ ਦੀ ਗੱਲ ਏ, ਇੰਡੀਆ ਵਿੱਚ ਹੀ ਲੋਕ ਹੁਣ ਪਹਿਲਾਂ ਵਾਂਗ ਮਿਲਣਸਾਰ ਨਹੀਂ ਰਹੇ। ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਵੀ ਇੱਕ ਗੁਆਂਢੀ ਦੀ ਦੂਜੇ ਗੁਆਂਢੀ ਨਾਲ ਕੋਈ ਸਾਂਝ ਨਹੀਂ ਹੁੰਦੀ। ਸਾਰੇ ਅੱਗ ਲੱਗੀ ਵਾਂਗ ਫਿਰਦੇ ਨੇ। ਇੱਥੇ ਪੁੱਤ ਬੜੀਆਂ ਬਹਾਰਾਂ ਨੇ। ਅਖਰੋਟ ਜੇਡੀ ਦਾ, ਬਦਾਮ ਦੀ ਗਿਰੀ ਏ ਇੱਥੇ, ਕਾਜੂ, ਮਤਲਬ ਕਿ ਅਖਰੋਟ ਜਿੱਡੀ, ਮਤਲਬ ਕਹਿੰਦੀ ਕਿ ਇੱਥੇ ਬਹੁਤ ਮੌਜਾਂ ਨੇ। ਜਿੰਨੀ ਅਖਰੋਟ ਦੀ ਹੁੰਦੀ ਆ ਗਿਰੀ, ਇੱਥੇ ਤਾਂ ਬਦਾਮ ਦੀ ਆ। ਕਾਜੂ, ਲੌਂਗ, ਲਾਚੀਆਂ ਕਿਵੇਂ ਰੁਲਦੇ ਫਿਰਦੇ ਨੇ। ਨਾ ਮੇਰਾ ਪੁੱਤਰ, ਮੜੀਆਂ ਵਰਗੇ ਬੋਲਿਆ ਕਰ। ਪਰ ਅੱਜ ਮਾਸੀ ਨੂੰ ਕੀ ਹੋ ਗਿਆ ਸੀ? ਉਹ ਤੇ ਉਦਾਸ ਜਾਪ ਰਹੀ ਸੀ। ਮੈਂ ਹੁਣ ਤੁਰਿਆ ਜਾ ਰਿਹਾ ਸਾਂ। ਉਹ ਇੰਨਾ ਸਾਰਾ ਕੁਝ ਸੋਚਦਾ ਜਾ ਰਿਹਾ ਕਿ ਜਦੋਂ ਮਾਸੀ ਆਈ ਸੀ, ਮਤਲਬ ਇੰਨੀ ਖੁਸ਼ੀ, ਇੰਨੀਆਂ ਤਾਰੀਫਾਂ ਕਰਦੀ ਸੀ, ਠੀਕ ਆ। ਹੁਣ ਉਹ ਸੋਚਦਾ ਜਾ ਰਿਹਾ ਵੀ ਆਖਰ ਮਾਸੀ ਨੂੰ ਹੋ ਕੀ ਗਿਆ, ਠੀਕ ਆ। ਉਹ ਤੁਰਿਆ ਜਾ ਰਿਹਾ ਸਾਂ, ਮਾਸੀ ਦੇ ਘਰ ਤੋਂ ਬਹੁਤ ਦੂਰ ਨਹੀਂ ਸਾਂ। ਹਾਈ ਐਸ਼ ਵਿੱਚੋਂ ਲੈਂਟ ਰੋਡ ਤੇ ਪੈ ਗਿਆ ਸਾਂ, ਠੀਕ ਹੈ। ਕਿਣ ਹੋ ਰਹੀ ਸੀ। ਹਲਕੀ ਧੁੰਦ ਦੀ ਚਾਦਰ ਦੀ ਝੁੰਬ ਮਾਰੀ ਮਕਾਨਾਂ ਦੀਆਂ ਕਤਾਰਾਂ ਇੰਜ ਖਲੋਤੀਆਂ ਸਨ ਜਿਵੇਂ ਕਿਸੇ ਆਦਮਖੋਰ ਦਾ ਪਹਿਰਾ ਹੋਵੇ। ਸਿਰਫ ਘਰ ਖਲੋਤੇ ਸਨ, ਬੰਦੇ ਦੀ ਜਾਤ ਤੀਕ ਨਜ਼ਰ ਨਹੀਂ ਸੀ ਆਉਂਦੀ। ਇੰਨੇ ਸੋਹਣੇ ਘਰ ਬੰਦੇ ਦੀ ਜਾਤ ਬਿਨਾਂ ਕਿੰਨੇ ਭਿਆਨਕ ਲੱਗ ਰਹੇ ਹਨ। ਕਾਲੀ ਛੱਤ ਦੀ ਟੀਸੀ ਤੇ ਇੱਕ ਕਾਲੇ ਪੰਛੀ ਨੇ ਧੌਣ ਚੁੱਕੀ ਤੇ ਕਿਤੇ ਉੱਡ ਗਿਆ। ਚੁੱਪ ਹੋਰ ਵੀ ਭਿਆਨਕ ਹੋ ਗਈ। ਮੈਂ ਘੰਟੀ ਵਜਾਈ ਤਾਂ ਮਾਸੀ ਨੇ ਇੱਕਦਮ ਬੂਹਾ ਖੋਲ ਦਿੱਤਾ। ਮੈਨੂੰ ਹੀ ਉਡੀਕ ਰਹੀ ਹੋਵੇ, ਜਿਵੇਂ ਇੱਦਾਂ ਲੱਗਦਾ ਸੀ ਜਿਵੇਂ ਉਹਨੂੰ ਹੀ ਉਡੀਕ ਰਹੀ ਹੋਵੇ। ਮੈਂ ਪੈਰਾਂ ਵੱਲ ਝੁਕਿਆ ਤੇ ਉਸਨੇ ਮੇਰਾ ਸਿਰ ਪਲੋਸਿਆ, ਪਰ ਮੇਰੇ ਸਿਰ ਤੇ ਕੀ ਕੀਤਾ, ਉਹਨਾਂ ਨੇ ਹੱਥ ਨਹੀਂ ਫੇਰਿਆ, ਠੀਕ ਹੈ। ਸਿਰ ਤੇ ਜਿਹੜਾ ਹੱਥ ਟਿਕਿਆ ਉਸ ਵਿੱਚ ਪਹਿਲਾਂ ਵਰਗੀ ਜਾਨ ਨਹੀਂ, ਨਾ ਨਿੱਘ ਹੀ ਤੇ ਨਾ ਹੀ ਥਰਥਰਾਹਟ। ਬਿਲਕੁਲ ਜਿਵੇਂ ਕਿਸੇ ਨੇ ਕੋਈ ਮਰੀ ਹੋਈ ਚੀਜ਼ ਹੌਲੀ ਦੇਣੀ ਮੇਰੇ ਸਿਰ ਉੱਤੇ ਰੱਖ ਦਿੱਤੀ ਹੋਵੇ। ਮਾਸੀ ਜੀ, ਕੀ ਗੱਲ, ਬੁਝੇ ਲੱਗਦੇ ਹੋ? ਬਸ ਉਸਦੇ ਦੀਦਿਆਂ ਨੂੰ ਜਿਵੇਂ ਬੋਲਾਂ ਦੀ ਹੀ ਉਡੀਕ ਹੋਵੇ। ਦੀਦਿਆਂ ਮਤਲਬ ਕਿ ਅੱਖਾਂ ਨੂੰ, ਠੀਕ ਹੈ। ਭੁੱਬਾਂ ਮਾਰ ਰੋਣ ਲੱਗ ਪਈ। ਮੈਂ ਨੇੜੇ ਹੋ ਕੇ ਗਲਵੱਕੜੀ ਪਾਉਂਦਿਆਂ ਆਖਿਆ, ਮਾਸੀ ਜੀ ਆਏ ਨਾ ਕਰੋ, ਮੈਨੂੰ ਦੱਸੋ ਕੀ ਗੱਲ ਹੈ। ਤੁਹਾਡੀ ਹਰ ਤਕਲੀਫ ਦੂਰ ਕਰਨ ਲਈ ਕੋਸ਼ਿਸ਼ ਕਰਾਂਗਾ। ਅੱਗੇ ਕੀ ਕਹਿੰਦੇ, ਸੈਟੀ ਤੇ ਬਹਿ ਮਾਸੀ ਨੇ ਮੇਰੇ ਅੱਗੇ, ਸੈਟਿੰਗ ਮਤਲਬ ਕਿ ਜਿਵੇਂ ਸੋਫੇ ਵਗੈਰਾ ਹੁੰਦੇ ਆ, ਠੀਕ ਹੈ, ਪੁੱਛਿਆ। ਅੱਗੇ ਇੰਜ ਹੱਥ ਜੋੜੇ ਜਿਵੇਂ ਉਸਨੇ ਕੋਈ ਬਹੁਤ ਵੱਡੀ ਸੁੱਖਣੀ ਹੋਵੇ ਤੇ ਮੈਂ ਉਸ ਦੀ ਸੁੱਖ ਪੂਰੀ ਕਰ ਸਕਦਾ ਹੋਵਾਂ। ਮੈਂ ਬੜਾ ਸ਼ਰਮਿੰਦਾ ਹੋ ਉਸਦੇ ਜੁੜੇ ਹੋਏ ਹੱਥ ਖੋਲ ਦਿੱਤੇ ਤੇ ਮਾਸੀ ਨੇ ਆਖਿਆ, ਪੁੱਤਰ, ਤੂੰ ਰਹਿੰਦੀ ਦੁਨੀਆ ਤੀਕ ਜਿਵੇਂ ਤੇਰੀ ਭਗਵਾਨ ਤੇਰੇ ਬੱਚੇ ਜੀਣ। ਮੇਰੇ ਤੇ ਇੱਕ ਅਹਿਸਾਨ ਕਰ। ਬਲਵੰਤ ਨੂੰ ਆਖ ਕਿ ਮੈਨੂੰ ਛੇਤੀ ਤੋਂ ਛੇਤੀ ਇੰਡੀਆ ਭੇਜ ਦੇਵੇ। ਇੰਜ ਆਖ ਮਾਸੀ ਮੁੜ ਜ਼ਾਰ ਰੋਣ ਲੱਗ ਪਈ। ਮੈਂ ਤਾਂ ਜਿਵੇਂ ਚਕਰਾ ਹੀ ਗਿਆ ਤੇ ਆਖਿਆ, ਹੈਂ, ਤੁਸੀਂ ਤਾਂ ਇੰਡੀਆ ਦੀਆਂ ਦਾਤਾਂ ਤੇ ਗੁਣ ਗਾਉਂਦੇ ਨਹੀਂ ਸੀ, ਇੰਗਲੈਂਡ ਦੀਆਂ ਦਾਤਾਂ ਦੇ ਗੁਣ ਗਾਉਂਦੇ ਨਹੀਂ ਸੀ ਥੱਕਦੇ। ਤੁਸੀਂ ਤਾਂ ਬਾਊ ਜੀ ਨੂੰ ਵੀ ਬੁਲਾ ਪੱਕੇ ਤੌਰ ਤੇ ਇੱਥੇ ਰਹਿਣਾ ਮੰਗਦੇ ਸੀ, ਠੀਕ ਹੈ, ਰਹਿਣਾ ਚਾਹੁੰਦੇ ਸੀ। ਕੀ ਗੱਲ ਬਲਵੰਤ, ਤੁਹਾਡੀ ਨੂੰ ਜਾਂ ਬੱਚਿਆਂ ਨੇ ਤਾਂ ਨਹੀਂ ਕੁਝ ਆਖਿਆ?
ਮਾਸੀ ਜਰਾ ਸੰਭਲੀ ਤੇ ਬੋਲੀ, ਪੁੱਤਰ ਦੁੱਖ ਤਾਂ ਇਹੀ ਏ, ਇੱਥੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ। ਸਵੇਰੇ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਦੋਂ ਚਲੇ ਗਏ। ਰਾਤ ਨੂੰ ਕਿਤੇ 10 ਵਜੇ ਤੋਂ ਵੀ ਪਿੱਛੋਂ ਆਉਂਦੇ ਨੇ। ਇੰਨੇ ਥੱਕੇ ਹੁੰਦੇ ਹਨ ਕਿ ਮੈਂ ਕੋਈ ਗੱਲ ਕਰਾਂ ਜਾਂ ਲਾ ਕੇ ਰੱਖ ਦਿੰਦੇ ਨੇ ਜਾਂ ਹਾਂ ਹੂੰ ਕਰਕੇ ਛੱਡ ਦਿੰਦੇ ਹਨ। ਬਸ ਬੀਅਰ ਦਾਰੂ ਪੀ ਤੇ ਦੋ ਰੋਟੀਆਂ ਨਿਕਲ ਆਪਣੇ ਕਮਰੇ ਵੱਲ ਨੱਸ ਜਾਂਦੇ ਨੇ। ਮੈਂ ਆਖਨੀਆਂ, ਬੰਤ ਬੇਟਾ, ਆ ਇੰਗਲੈਂਡ ਤੋਂ ਤੇਰੇ ਬਾਊ ਜੀ ਦੀ ਚਿੱਠੀ ਆਈ ਹੈ, ਨਾਲੇ ਤੇਰੀ ਭੈਣ ਦੀ। ਬਸ ਬੇਦਿਲੀ ਜਿਹੀ ਨਾਲ ਆਖ ਦੇਵੇਗਾ, ਬੀਬੀ ਤੂੰ ਹੀ ਜਵਾਬ ਦੇਵੀਂ, ਮੇਰੇ ਕੋਲ ਪੜ੍ਹਨ ਲਈ ਵਕਤ ਨਹੀਂ। ਤੁਸੀਂ ਮਾਸੀ ਜੀ ਆਪਣੀ ਨੂੰਹ ਨਾਲ ਗੱਲਬਾਤ ਕਰਿਆ ਕਰੋ, ਉਹਦੇ ਨਾਲ ਗੱਲ ਕਰਿਆ ਕਰੋ, ਉਹਦੇ ਨਾਲ ਜਾਇਆ ਆਇਆ ਕਰੋ। ਔਰਤਾਂ ਨਾਲ ਔਰਤ ਦੀ ਬੜੀ ਸਾਂਝ ਹੁੰਦੀ ਹੈ। ਮੈਂ ਆਖਿਆ, ਇਸ ਨੂੰ ਇਸ ਭਾਵ ਸਾਗਰ ਦੇ ਚੋਂ ਕੱਢਣ ਲਈ ਸੁਝਾਅ ਦਿੱਤਾ। ਠੀਕ ਹੈ, ਅੱਗੇ ਕੀ ਆ? ਮਾਸੀ ਹੱਸੀ, ਉਦਾਸ ਹੋ ਕੇ ਵਿਅੰਗਮਈ ਹਾਸਾ ਤੇ ਆਖਣ ਲੱਗੀ, ਵੇਖ ਪੁੱਤਰ, ਗੱਲ ਕਿਤੇ ਦੂਰ ਚਲੀ ਜਾਂਦੀ ਹੈ। ਇਹ ਕੋਈ ਨੋਹ ਏ, ਇਸ ਦੀ ਸਿਰਫ ਅਕਲ ਹੀ ਇੰਡੀਅਨ ਏ, ਬਾਕੀ ਸਭ ਕੁਝ ਗੋਰਿਆਂ ਤੋਂ ਵੀ ਭੈੜਾ ਹੈ। ਇਹਨੇ ਕਦੀ ਮੇਰਾ ਪੈਰਾਂ ਨੂੰ ਹੱਥ ਨਹੀਂ ਲਾਇਆ, ਉਹਨੂੰ ਮੱਥਾ ਨਹੀਂ ਟੇਕਿਆ। ਉਹ ਕਹਿ ਰਹੀ ਆ, ਇਹ ਕੋਈ ਨੋਹ ਹੈ? ਠੀਕ ਹੈ, ਕਦੀ ਨਹੀਂ ਆਖਿਆ ਕਿ ਬੀਬੀ ਜੀ ਕੋਈ ਆਪਣੀ ਸੱਭਿਅਤਾ ਜਾਂ ਮਾਨ ਮਰਿਆਦਾ ਬਾਰੇ ਗੱਲ ਸੁਣਾਓ। ਇੱਕ ਦਿਨ ਕਹਾਏ ਮੈਨੂੰ ਦੁਕਾਨ 'ਤੇ ਲੈ ਗਈ, ਪਰ ਪਿਛਲੇ ਪਾਸੇ ਇੱਕ ਖੁਰੇ ਜਿੰਨੀ ਥਾਂ ਸੀ ਜਿੱਥੇ ਮੈਨੂੰ 15 ਘੰਟੇ ਤਾੜੀ ਰੱਖਿਆ। ਸਾਹ ਘੁੱਟ ਗਿਆ ਮੇਰਾ। ਔਂਤਰੀ ਕੈਦ ਵਿੱਚ ਪਤਾ ਹੀ ਲੋਕ ਕਿਵੇਂ ਰਹਿ ਲੈਂਦੇ ਨੇ ਭਾਈ। ਤਾਂ ਫਿਰ ਪੋਤੇ ਪੋਤੀਆਂ ਨਾਲ ਦਿਲ ਪਰਚਾ ਲਿਆ ਕਰੋ। ਉਹ ਕਹਿ ਰਿਹਾ ਬਲਵੰਤ ਰਾਏ ਦਾ ਦੋਸਤ ਆ ਵੀ ਜੇ ਪੁੱਤਨੀ ਗੱਲ ਕਰਦਾ ਤਾਂ ਆਪਣੀ ਨੂੰਹ ਨਾ ਕਰੋ, ਜੇ ਨੂੰਹ ਨਹੀਂ ਕਰਦੀ ਫਿਰ ਆਪੇ ਪੋਤੇ ਪੋਤੀਆਂ ਨਾ ਕਰੋ। ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ ਹੈ। ਠੀਕ ਹੈ, ਮਾਸੀ ਦੇ ਬੁੱਲ੍ਹਾਂ ਤੇ ਫਿਰ ਦੁੱਖ ਭਰੀ ਤੇ ਵਿਅੰਗਮਈ ਮੁਸਕਾਨ ਤੜਫੀ। ਪੋਤੇ ਪੋਤੀਆਂ? ਮੁੰਡਾ ਤੇ ਛੋਟੀ ਕੁੜੀ ਤਾਂ ਉਂਝ ਹੀ ਇਹਨਾਂ ਦੇ ਕਹਿਣੇ 'ਚ ਨਹੀਂ। ਮੁੰਡਾ ਤਾਂ ਬਹੁਤਾ ਬਾਹਰ ਹੀ ਫਿਰਦਾ ਰਹਿੰਦਾ ਹੈ। ਜਦੋਂ ਘਰ ਹੋਵੇ ਤਾਂ ਟੈਲੀ ਦੁਆਲੇ ਜਾਂ ਆਪਣੇ ਕਮਰੇ ਵਿੱਚ ਕੰਨ ਖਾਣੇ ਅੰਗਰੇਜ਼ੀ ਦੇ ਗਾਣੇ ਸੁਣਦਾ ਰਹਿੰਦਾ ਹੈ। ਛੋਟੀ ਕੁੜੀ ਦੇ ਮੈਨੂੰ ਉਂਝ ਹੀ ਲੱਛਣ ਚੰਗੇ ਨਹੀਂ ਜਾਪਦੇ। ਕਈ ਵਾਰ ਮੈਂ ਇੱਕ ਭੈੜੇ ਜਿਹੇ ਵਾਲਾਂ ਵਾਲੇ ਮੁੰਡੇ ਨੂੰ ਉਹਦੇ ਨਾਲ ਗੇਟ ਤੀਕ ਆਉਂਦੇ ਵੇਖਿਆ ਹੈ। ਮੈਂ ਬਲਵੰਤ ਨਾਲ ਗੱਲ ਕੀਤੀ ਤਾਂ ਠੀਕ ਨਹੀਂ ਸਮਝੀ, ਕਿ ਉਹਨੇ ਗੱਲ ਕਰਨੀ ਠੀਕ ਨਹੀਂ ਸਮਝੀ। ਕੁੜੀ ਨੂੰ ਧੌਲ ਤਫਾ ਨਾ ਕਰੇ। ਨੂੰਹ ਨਾਲ ਗੱਲ ਕੀਤੀ ਸੀ, ਪਰ ਪਤਾ ਨਹੀਂ ਉਸਨੇ ਕੀ ਜਵਾਬ ਦਿੱਤਾ। ਆਖਣ ਲੱਗੀ, ਬੀਬੀ, ਇੰਡੀਆ ਦਾ ਮੁੰਡਾ ਤਾਂ ਸਾਡੀਆਂ ਕੁੜੀਆਂ ਨੇ ਲੈਣਾ ਨਹੀਂ। ਸਾਡੇ ਕੋਲ ਮੁੰਡੇ ਲੱਭਣ ਦਾ ਵਕਤ ਨਹੀਂ, ਸਗੋਂ ਚੰਗਾ ਹੈ ਆਪੇ ਲੱਭ ਲੈਣਗੀਆਂ। ਕੀ ਆਖਦੇ ਐ? ਬਸ ਚੁੱਪਚਾਪ ਸੁਣ ਲਈ ਤੇ ਪੀ ਗਈ, ਪਰ ਸਾਰੀ ਰਾਤ ਆਪਣੇ ਆਪ ਵਿੱਚ ਰਿੱਝਦੀ ਰਹੀ। ਹੇ ਭਗਵਾਨ, ਇੱਥੇ ਵੱਸਦੇ ਲੋਕਾਂ ਦਾ ਕੀ ਬਣੇਗਾ? ਮੈਂ ਮਾਸੀ ਨੂੰ ਜਰਾ ਰੰਗ ਵਿੱਚ ਲਿਆਉਣ ਲਈ ਆਖਿਆ, ਤੁਸੀਂ ਕੋਈ ਫਿਕਰ ਨਾ ਕਰੋ, ਇਹਨਾਂ ਕੋਲ ਪੈਸੇ ਬਥੇਰੇ ਨੇ, ਇਹਨਾਂ ਨੇ ਬਹੁਤ ਸੋਹਣੇ ਬਕਸੇ ਬਣਨਗੇ। ਠੀਕ ਹੈ, ਨਾ ਕਿਸੇ ਨੂੰ ਫੁੱਲ ਚੁਗਣੇ ਪੈਣਗੇ ਤੇ ਨਾ ਹਰਿਦੁਆਰ ਜਾਣਾ ਪੈਣਾ ਹੈ। ਇਹ ਲੋਕ ਬੇਹੱਦ ਖੁਸ਼ ਨੇ ਆਪਣੀਆਂ ਉਲੂਆਂ ਦੀ ਦੁਨੀਆ ਵਿੱਚ। ਇਹ ਬਿਲਕੁਲ ਪਸੰਦ ਨਹੀਂ ਕਰਦੇ ਕਿ ਕੋਈ ਇਹਨਾਂ ਲਈ ਕੋਈ ਚਿੰਤਾ ਕਰੇ। ਬੜੀ ਕੁੜੀ ਤਾਂ ਬਹੁਤ ਚੰਗੀ ਹੈ, ਉਹਦੇ ਨਾਲ ਗੱਲਬਾਤ ਕਰਿਆ ਕਰੋ। ਠੀਕ ਹੈ, ਚੰਗੀ ਤਾਂ ਸ਼ਾਇਦ ਹੋਵੇਗੀ, ਪਰ ਬੋਲੀ ਦੀ ਕੋਈ ਸਾਂਝ ਨਹੀਂ। ਬਸ ਹੈਲੋ ਤੇ ਗੁੱਡ ਨਾਈਟ ਕਰਨ ਲੱਗੀ ਮੈਨੂੰ ਚੁੰਮ ਜ਼ਰੂਰ ਲੈਂਦੀ ਹੈ। ਘੜੀ ਕੁ ਕਾਲਜੇ ਵਿੱਚ ਠੰਡ ਪੈ ਜਾਂਦੀ ਹੈ। ਬਸ ਮੁੜ ਉਹੀ ਚੁੱਪ ਤੇ ਉਦਾਸੀ ਜਿਹੀਆਂ ਘੰਟੀਆਂ ਬੰਦੀ ਨਹੀਂ ਟੁੱਟਦੀਆਂ। ਮਾਸੀ ਦੀਆਂ ਗੱਲਾਂ ਤੋਂ ਮੈਂ ਉਸ ਦੀ ਹਾਲਤ ਦਾ ਅੰਦਾਜ਼ਾ ਲਾ ਬੜਾ ਫਿਕਰਮੰਦ ਹੁੰਦਾ ਜਾ ਰਿਹਾ ਸਾਂ। ਕੋਈ ਨਾ ਕੋਈ ਤਾਂ ਰੁਝੇਵਾਂ ਚਾਹੀਦਾ ਹੈ, ਇੰਜ ਤਾਂ ਪਾਗਲ ਹੋ ਜਾਵੇਗੀ ਵਿਚਾਰੀ। ਇਸੇ ਹਾਲਤ ਦੇ ਹੱਲ ਲਈ ਮੈਂ ਕੁਝ ਨਾ ਕੁਝ ਪੱਛੀ ਦੱਸੀ ਜਾ ਰਿਹਾ ਸਾਂ। ਬੱਚਿਆਂ ਲਈ ਖਾਣਾ ਬਣਾਇਆ ਕਰੋ, ਨਾਲੇ ਇਹ ਸਵਾਦ ਲੈਣਗੇ, ਨਾਲੇ ਤੁਹਾਡਾ ਵਕਤ ਕੱਟ ਜਾਵੇਗਾ। ਮਾਸੀ ਡਾਢੇ ਦੁੱਖ ਨਾਲ ਬੋਲੀ, 5 ਜਾਣਿਆਂ ਦੇ 5 ਰਾਹ ਨੇ, ਕੋਈ ਕਿਸੇ ਨੂੰ ਖੇਚਲ ਹੀ ਨਹੀਂ ਦਿੰਦਾ। ਇੰਡੀਆ ਵਿੱਚ ਸਵੇਰੇ ਸ਼ਾਮ ਨਿਆਣਿਆਂ ਤੇ ਅਸਮਾਨ ਸਿਰ 'ਤੇ ਚੱਕ ਲਿਆ ਹੁੰਦਾ ਹੈ ਕਿ
कि माता जी मैं परौंठी खानी है, माता जी मैं गोभी नाल फुलका खाना है, माता जी मैं चाह पीनी है, माता जी मैं दुੱਧ ਵਿੱਚ ਪੱਤੀ ਪਾ ਕੇ ਪੀਣੀ ਹੈ। ਪਰ ਇੱਥੇ ਕਿਚਨ ਵਿੱਚ ਵੜਦੇ ਨੇ ਤੇ ਡੱਬਿਆਂ 'ਚੋਂ ਕੌਰਨ ਫਲੈਕਸ ਪਲੇਟ ਵਿੱਚ ਪਾ ਵਿੱਚ ਦੁੱਧ ਦੀ ਬੋਤਲ ਉਲਦ ਕੇ ਉਹ ਮਤਲਬ ਕਿ ਉਹ ਖਾ ਲੈਂਦੇ ਹਨ, ਜਾਂ ਮਾਸ 'ਚ ਮੱਛੀ ਤਲ ਖਾਧੀ ਜਾਂਦੀ ਹੈ। ਮੇਰਾ ਤਾਂ ਪੁੱਤ ਧਰਮ ਭ੍ਰਿਸ਼ਟ ਕਰ ਛੱਡਿਆ ਏ, ਇਹਦੀ ਇੰਡੀਆ ਜਾਂਦੀ ਹੀ ਪਹਿਲਾਂ ਹਰਿਦੁਆਰ ਜਾ ਕੇ ਨਹਾ ਕੇ ਘਰ ਵੜਾਂਗੀ। ਨਾ ਮਾਸੀ ਜੀ, ਜਿਉਂਦੇ ਜੀ ਹਰਿਦੁਆਰ ਨਾ ਜਾਣਾ। ਮੈਂ ਮਜ਼ਾਕ ਕੀਤਾ, ਪਰ ਮਾਸੀ ਤਾਂ ਹੋਰ ਵੀ ਗੰਭੀਰ ਹੋ ਗਈ। ਅੱਤ ਨਿਮਰਤਾ ਨਾਲ ਬੋਲੀ, ਪੁੱਤ ਜੇ ਤੂੰ ਮੈਨੂੰ ਇੰਡੀਆ ਘਲਾਉਣ 'ਚ ਮੇਰੀ ਮਦਦ ਕਰੇ ਤਾਂ ਮੈਂ ਤੇਰਾ ਅਹਿਸਾਨ ਕਦੇ ਨਹੀਂ ਭੁੱਲਾਂਗੀ, ਠੀਕ ਹੈ, ਉਮਰ ਭਰ ਨਹੀਂ ਭੁੱਲਾਂਗੀ, ਨਹੀਂ ਤਾਂ ਮੈਂ ਕੁੱਟ ਕੇ ਮਰ ਜਾਵਾਂਗੀ। ਆਖ ਉਹ ਮੁੜ ਜ਼ਾਰ ਰੋਣ ਲੱਗ ਪਈ। ਮੈਂ ਮਾਸੀ ਦੀਆਂ ਅੱਖਾਂ ਪੂੰਝੀਆਂ, ਉਹਦੀਆਂ ਅੱਖਾਂ ਵਿੱਚ ਤਾਂ ਸੂਰਜ ਮਰਿਆ ਪਿਆ ਸੀ। ਮੇਰੀਆਂ ਆਪਣੀਆਂ ਅੱਖਾਂ ਭਰ ਆਈਆਂ। ਤਸੱਲੀ ਦਿੰਦਿਆਂ ਆਖਿਆ, ਮਾਸੀ ਜੀ ਫਿਕਰ ਨਾ ਕਰੋ, ਹੁਣ ਤੁਹਾਨੂੰ ਇੰਗਲੈਂਡ ਜਾਣਾ ਹੀ ਚਾਹੀਦਾ, ਨਹੀਂ ਤਾਂ ਤੁਹਾਨੂੰ ਇਹ ਮੜੀਆਂ ਵਰਗੀ ਇਕੱਲ ਨਿੱਘ ਜਾਵੇਗੀ, ਠੀਕ ਹੈ। ਮੈਂ ਮਾਸੀ ਜੀ ਨੂੰ ਅੱਖਾਂ ਪੂੰਝਣ ਲਈ ਟਿਸ਼ੂ ਫੜਾਇਆ, ਮੇਰੇ ਵੱਲ ਦਰਸਾਈ ਹਮਦਰਦੀ ਤੇ ਤਸੱਲੀ ਨਾਲ। ਮਾਸੀ ਜਰਾ ਸੰਭਲ ਗਈ ਤੇ ਆਪਣੇ ਆਪ ਵਿੱਚ ਆਉਂਦੀ ਆਖਣ ਲੱਗੀ, ਪੁੱਤ ਮੈਂ ਤਾਂ ਆਪ ਮਰ ਕੇ ਵੇਖ ਲਿਆ, ਇਹ ਤਾਂ ਮੜੀਆਂ ਤੋਂ ਵੀ ਦੂਰ ਦੀ ਕੋਈ ਸ਼ੈ ਹੈ। ਮੜੀਆਂ ਵਿੱਚ ਤਾਂ ਫਿਰ ਵੀ ਚੜ੍ਹਦੀ ਧੁੱਪ ਜਾਂਦੀ ਹੈ, ਵਾਹ ਵਗਦੀ ਹੈ, ਪੰਛੀ ਚਹਿਕਦੇ ਹਨ। ਮਤਲਬ ਕੀ ਆ ਇਸ ਲੈਸਨ ਦੇ ਵਿੱਚ ਉਹਨਾਂ ਨੇ ਕੀ ਦੱਸਿਆ ਵਾ ਕਿ ਜਿਹੜੀ ਮਾਸੀ ਹੁੰਦੀ ਆ, ਪਹਿਲਾਂ ਤਾਂ ਉਹ ਇੰਗਲੈਂਡ ਆ ਕੇ ਬਹੁਤ ਖੁਸ਼ ਹੁੰਦੀ ਆ, ਠੀਕ ਹੈ, ਉਹਨੂੰ ਬਹੁਤ ਚੰਗਾ ਲੱਗਦਾ ਸਾਰਾ ਕੁਛ। ਪਰ ਜਦੋਂ ਉਹ ਰਹਿਣਾ ਸ਼ੁਰੂ ਕਰਦੀ ਹੈ ਤੇ ਉਹਨੂੰ ਇਹ ਉੱਥੇ ਜਦੋਂ ਉਹਨੂੰ ਕੋਈ ਬੁਲਾਉਂਦਾ ਨਹੀਂ, ਉਹਦਾ ਪੁੱਤ ਵੀ ਆਪਣੇ ਕੰਮ 'ਤੇ ਚਲਾ ਜਾਂਦਾ ਆ ਅਤੇ ਨੂੰਹ ਵੀ ਆਪਣੇ ਕੰਮ 'ਤੇ ਚੱਲਦੇ ਨੇ, ਪੁੱਤ ਪੋਤਰੀਆਂ ਉਹ ਵੈਸੇ ਨਹੀਂ ਗੱਲ ਕਰਦੇ। ਅਤੇ ਜਿਹੜੀ ਉਹਦੀ ਚੋਪਾਂ ਨੂੰ ਵੱਢ ਖਾਂਦੀ ਹੈ ਅਤੇ ਉਹ ਕਹਿੰਦੀ ਇਹ ਤਾਂ ਮੜੀਆਂ ਤੋਂ ਵੀ ਭੈੜੀ ਚੋਪਾ। ਉੱਥੇ ਮੜੀਆਂ ਦੇ ਵਿੱਚ ਵੀ ਫਿਰ ਵੀ ਕੋਈ ਧੁੱਪ ਚੜ੍ਹਦੀ ਹੈ, ਕੋਈ ਵਾਹ ਵਗਦੀ, ਮਤਲਬ ਕਿ ਕੋਈ ਹਵਾ ਵਗਦੀ ਹੈ, ਕੋਈ ਪੰਛੀ ਚਹਿਕਦੇ ਨੇ। ਪਰ ਇੱਥੇ ਇੰਗਲੈਂਡ ਤਾਂ ਕੋਈ ਆਪਣੇ ਆਪ ਮਤਲਬ ਕਿ ਆਪਣੇ ਨਾਲ ਗੱਲ ਨਹੀਂ ਕਰਦੇ, ਇੰਨੀ ਚੁੱਪ ਅਤੇ ਇੰਨੀ ਸ਼ਾਂਤੀ ਹੈ, ਠੀਕ ਹੈ। ਇਹ ਹੈਗੀ ਆ ਕਹਾਣੀ ਮੜੀਆਂ ਤੋਂ ਦੂਰ। ਆਪਾਂ ਨੈਕਸਟ ਕਹਾਣੀ ਅੱਗੇ ਕਰਾਂਗੇ, ਠੀਕ ਹੈ। ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਨਾ ਨਾ ਭੁੱਲਣਾ। ਥੈਂਕਸ।